ਦਾਦੂ ਤੁਹਾਨੂੰ ਜਨਮ ਦਿਨ ਦੀ ਢੇਰ ਸਾਰੀ ਸ਼ੁਭਕਾਮਨਾਵਾਂ। ਦਿਨੇਸ਼ ਨੇ ਬੜੀ ਮੁਸ਼ਕਿਲ ਨਾਲ ਆਪਣੇ ਦੋਵੇਂ ਬੱਚਿਆਂ ਨੂੰ ਇਹ ਸ਼ਬਦ ਰਟਵਾਏ ਸੀ ਤਾਂ ਕਿ ਉਸਦੇ ਪਿਤਾ ਜੀ ਆਪਣੇ ਪੋਤੀ ਪੋਤੇ ਦੇ ਮੂੰਹ ਤੋਂ ਸੁਣ ਕੇ ਆਪਣੇ ਜਨਮ ਦਿਨ ਪਰ ਖੁਸ਼ ਹੋ ਜਾਣਗੇ। ਅਮਰੀਕੀ ਪਰਵਰਿਸ਼ ਵਿੱਚ ਪਲੇ ਬੜੇ ਦਿਨੇਸ਼ ਦੇ ਦੋਵੇਂ ਬੱਚੇ ਪੰਜਾਬੀ ਭਾਸ਼ਾ ਸਮਝਦੇ ਤਾਂ ਸੀ ਪਰ ਬੋਲਣੇ ਵਿੱਚ ਅਟਕ ਜਾਂਦੇ ਹਨ। ਦਿਨੇਸ਼ ਦੇ ਪਿਤਾ ਗੁੜਗਾਂਵ ਤੋਂ ਆਪਣੇ ਪੁੱਤ ਦਿਨੇਸ਼ ਨਾਲ ਮਿਲਣ ਅਮਰੀਕਾ ਸਾਲ 2 ਸਾਲ ਵਿੱਚ ਚਲੇ ਜਾਇਆ ਕਰਦੇ ਸੀ, ਪਰ ਉਹਨਾਂ ਦਾ ਮਨ ਬਹੁਤ ਹੀ ਘੱਟ ਲੱਗਦਾ ਸੀ। ਦਿਨੇਸ਼ ਨੇ ਅਮਰੀਕਨ ਕੁੜੀ ਨਾਲ ਹੀ ਵਿਆਹ ਕੀਤਾ ਸੀ ਅਤੇ ਬੱਚੇ ਵੀ ਉੱਥੇ ਹੀ ਪੈਦਾ ਹੋਏ ਸੀ। ਦਿਨੇਸ਼ ਦੇ ਪਿਤਾ ਨੂੰ ਉੱਥੇ ਦਾ ਮਾਹੌਲ ਬਹੁਤ ਘੱਟ ਸਮਝ ਆਉਂਦਾ ਸੀ। ਗੁੜਗਾਂਵ ਵਿੱਚ ਉਹਨਾਂ ਦਾ ਆਪਣਾ ਘਰ ਸੀ। ਪਤਨੀ ਦੇ ਗੁਜ਼ਰ ਜਾਣੇ ਦੇ ਬਾਅਦ ਇਕੱਲੇ ਪੈ ਗਏ ਸੀ। ਸਾਲ ਦੇ 3-4 ਮਹੀਨੇ ਉਹ ਆਪਣੇ ਪੁੱਤ ਦੇ ਨਾਲ ਅਮਰੀਕਾ ਵਿੱਚ ਹੀ ਗੁਜ਼ਾਰਦੇ ਸੀ। ਪੁੱਤ ਨਾਲ ਤਾਂ ਉਹਨਾਂ ਦਾ ਲਗਾਵ ਸੀ, ਪਰ ਦਿਨੇਸ਼ ਦੀ ਪਤਨੀ ਅਤੇ ਉਸਦੇ ਬੱਚਿਆਂ ਨੂੰ ਉਹ ਬਿਲਕੁਲ ਪਸੰਦ ਨਹੀਂ ਕਰਦੇ ਸੀ। ਉਹਨਾਂ ਦੇ ਪਹਿਨਾਵੇ, ਉਹਨਾਂ ਦਾ ਰਹਿਣ ਸਹਿਣ ਦਿਨੇਸ਼ ਦੇ ਪਿਤਾ ਨੂੰ ਰਾਸ ਨਹੀਂ ਆਉਂਦਾ ਸੀ। ਪੁੱਤ ਦਾ ਮੋਹ ਉਹਨਾਂ ਨੂੰ ਅਮਰੀਕਾ ਆਉਣੇ ਪਰ ਮਜਬੂਰ ਕਰ ਦਿੰਦਾ ਸੀ। ਦਿਨੇਸ਼ ਨੇ ਆਪਣੇ ਪਿਤਾ ਦੇ ਜਨਮ ਦਿਨ ਦੀ ਪੂਰੀ ਤਿਆਰੀ ਕਰ ਰੱਖੀ ਸੀ। ਦਿਨੇਸ਼ ਦੀ ਬੇਟੀ ਜੀਆ ਅਤੇ ਬੇਟਾ ਸਾਹਿਰ ਵੀ ਬਹੁਤ ਖੁਸ਼ ਸੀ। ਦਿਨੇਸ਼ ਦੀ ਪਤਨੀ ਵੀ ਆਪਣੇ ਸਹੁਰੇ ਨੂੰ ਖੁਸ਼ ਰੱਖਣੇ ਦੇ ਬਹੁਤ ਯਤਨ ਕਰਦੀ ਰਹਿੰਦੀ ਸੀ, ਪਰ ਮੁਸ਼ਕਿਲ ਇੰਨੀ ਹੀ ਸੀ ਕਿ ਦਿਨੇਸ਼ ਦੇ ਪਿਤਾ ਨੂੰ ਆਪਣੀ ਨੂੰਹ ਦੀ ਕੋਈ ਵੀ ਗੱਲ ਚੰਗੀ ਨਹੀਂ ਲੱਗਦੀ ਸੀ। ਜਿਵੇਂ ਹੀ ਦਿਨੇਸ਼ ਅਤੇ ਉਸਦੇ ਪਰਿਵਾਰ ਨੇ ਜਨਮਦਿਨ ਦੀ ਸ਼ੁਭਕਾਮਨਾਵਾਂ ਦਿੱਤੀ ਅਤੇ ਵੱਡੇ ਜਿਹੇ ਬਰਥਡੇ ਕੇਕ ਨੂੰ ਕੱਟਣੇ ਦੇ ਲਈ ਉਹਨਾਂ ਨੂੰ ਬੇਨਤੀ ਕਰਦੇ ਹੋਏ ਚਾਕੂ ਅੱਗੇ ਵਧਾਇਆ, ਵੈਸੇ ਹੀ ਦਿਨੇਸ਼ ਦੇ ਪਿਤਾ ਭੜਕ ਉੱਠੇ। ਉਮਰ ਨੂੰ ਘਟਾਣੇ ਦੇ ਤਰੀਕੇ ਮੈਨੂੰ ਨਾ ਦੱਸੋ, ਮੈਂ ਇਨ ਸਭ ਪਰ ਵਿਸ਼ਵਾਸ ਨਹੀਂ ਕਰਦਾ। ਇਸ ਕੇਕ ਨੂੰ ਮੇਰੇ ਸਾਹਮਣੇ ਤੋਂ ਹਟਾਓ ਅਤੇ ਆਪਣੇ ਕਮਰੇ ਵਿੱਚ ਲੈ ਜਾ ਕੇ ਤੁਸੀਂ ਚਾਰੋਂ ਮਿਲ ਕੇ ਕੱਟ ਲਓ ਅਤੇ ਖਾ ਲਓ। ਮੈਨੂੰ ਇਹ ਚੋਚਲੇਬਾਜ਼ੀ ਬਿਲਕੁਲ ਵੀ ਪਸੰਦ ਨਹੀਂ, ਮੈਂ ਇਨ ਸਭ ਗੱਲਾਂ ਪਰ ਯਕੀਨ ਨਹੀਂ ਕਰਦਾ। ਮੈਂ ਜੈਸਾ ਹਾਂ ਵੈਸਾ ਹੀ ਰਹਿਣਾ ਚਾਹੁੰਦਾ ਹਾਂ ਅਤੇ ਖੁਦ ਨੂੰ ਵੈਸਾ ਹੀ ਦਿਖਾਉਂਦਾ ਹਾਂ। ਦਿਨੇਸ਼ ਅਤੇ ਉਸਦੇ ਪਰਿਵਾਰ ਨੂੰ ਉਹਨਾਂ ਦਾ ਇਹ ਵਿਵਹਾਰ ਬਿਲਕੁਲ ਵੀ ਪਸੰਦ ਨਹੀਂ ਆਇਆ। 13 ਸਾਲ ਦੀ ਜੀਆ ਨੇ ਆਪਣੇ ਦਾਦੂ ਦੀ ਤਰਫ ਦੇਖਦੇ ਹੋਏ ਕਿਹਾ, "ਵਟ ਹੈਪਨਡ? ਕਿਆ ਹੋਇਆ ਦਾਦੂ?" ਸਹਿਰ ਜੀਆ ਤੋਂ 2 ਸਾਲ ਵੱਡਾ ਸੀ। ਆਪਣੇ ਦਾਦੂ ਦੇ ਕਰੀਬ ਜਾ ਕੇ ਕੇਕ ਦੀ ਕਰੀਮ ਉਹਨਾਂ ਦੇ ਗੱਲਾਂ ਪਰ ਲਗਾ ਦਿੱਤੀ। ਦਿਨੇਸ਼ ਦੇ ਪਿਤਾ ਨੇ ਆਪਣੇ ਪੋਤੇ ਦੀ ਇਸ ਹਰਕਤ ਪਰ ਉਸ ਨੂੰ ਬਹੁਤ ਬੁਰਾ ਭਲਾ ਸੁਣਾ ਦਿੱਤਾ। ਆਪਣੇ ਬੱਚਿਆਂ ਦੇ ਨਾਲ ਦਿਨੇਸ਼ ਆਪਣੇ ਕਮਰੇ ਵਿੱਚ ਚਲਾ ਗਿਆ। ਦਿਨੇਸ਼ ਦੀ ਪਤਨੀ ਨੇ ਅਜੀਬ ਜਿਹਾ ਮੂੰਹ ਬਣਾਇਆ ਅਤੇ ਦਿਨੇਸ਼ ਦੇ ਪਿੱਛੇ ਪਿੱਛੇ ਚਲੀ ਗਈ। ਆਪਣੇ ਪਿਤਾ ਦੇ ਇਸ ਵਿਵਹਾਰ ਤੋਂ ਦਿਨੇਸ਼ ਦੁਖੀ ਤਾਂ ਸੀ, ਪਰ ਬੱਚਿਆਂ ਨੂੰ ਸਮਝਾਇਆ ਕਿ ਪਾਪਾ ਨੇ ਇਹ ਸਭ ਕਦੀ ਨਹੀਂ ਦੇਖਿਆ ਅਤੇ ਨਾ ਹੀ ਕਦੀ ਕੀਤਾ ਹੈ, ਇਸ ਲਈ ਉਹਨਾਂ ਨੂੰ ਇਹ ਪਸੰਦ ਨਹੀਂ। ਪਰ ਡੈਡ, ਦਾਦੂ ਅਪਸੈਟ ਕਿਉਂ ਹੋ ਗਿਆ? ਜੀਆ ਨੇ ਸਾਹਿਰ ਤੋਂ ਸਵਾਲ ਕੀਤਾ। ਦਿਨੇਸ਼ ਨੇ ਜੀਆ ਨੂੰ ਕਿਹਾ, "ਉਹ ਅਪਸੈਟ ਨਹੀਂ ਹਨ।" ਜਦੀ ਦਿਨੇਸ਼ ਦੀ ਪਤਨੀ ਐਨੀ ਬੋਲੀ, "ਹੀ ਇਜ਼ ਨੋਟ ਅਪਸੈਟ, ਹੀ ਇਜ਼ ਮੇਡ।" ਉਹ ਪਾਗਲ ਹੈ। ਸਾਹਿਰ, ਜੀਆ ਅਤੇ ਐਨੀ ਤਿੰਨੋਂ ਜ਼ੋਰ-ਜ਼ੋਰ ਨਾਲ ਹੱਸ ਪਏ। ਦਿਨੇਸ਼ ਐਨੀ ਦੀ ਇਸ ਤਰ੍ਹਾਂ ਦੀ ਭਾਸ਼ਾ ਦਾ ਕੋਈ ਜਵਾਬ ਨਹੀਂ ਦੇ ਪਾਇਆ। ਘਰ ਦਾ ਮਾਹੌਲ ਨਾ ਵਿਗੜੇ ਇਸ ਲਈ ਉਸਨੇ ਕੇਕ ਕੱਟਿਆ ਅਤੇ ਬੱਚਿਆਂ ਨੂੰ ਖਿਲਾਉਂਦੇ ਹੋਏ ਮੁਸਕਰਾ ਦਿੱਤਾ। ਦਿਨੇਸ਼ ਨੂੰ ਉਸ ਰਾਤ ਨੀਂਦ ਨਹੀਂ ਆਈ। ਪਿਤਾ ਦਾ ਵਿਵਹਾਰ ਚੰਗਾ ਤਾਂ ਨਹੀਂ ਲੱਗਾ, ਪਰ ਉਹਨਾਂ ਨੂੰ ਕੁਝ ਕਹਿ ਪਾਉਣਾ ਵੀ ਅਸੰਭਵ ਜਿਹਾ ਸੀ। ਦਿਨੇਸ਼ ਦੇ ਪਿਤਾ ਪੂਰਾ ਦਿਨ ਘਰ ਵਿੱਚ ਇਕੱਲੇ ਹੀ ਰਹਿੰਦੇ ਸੀ। ਬੱਚੇ ਸਕੂਲ ਤਾਂ ਪਤੀ ਪਤਨੀ ਦਫ਼ਤਰ ਦੇ ਲਈ ਚਲੇ ਜਾਂਦੇ ਸੀ। ਸਾਲਾ ਇਹ ਕੋਈ ਦੇਸ਼ ਹੈ ਜਿੱਥੇ ਆਪਣੇ ਵੀ ਗੈਰਾਂ ਦੀ ਤਰ੍ਹਾਂ ਰਹਿੰਦੇ ਹਨ। ਬੱਚਿਆਂ ਵਿੱਚ ਨਾ ਕੋਈ ਸੰਸਕਾਰ ਹੈ, ਨਾ ਆਪਣਿਆਂ ਦੇ ਪ੍ਰਤੀ ਕੋਈ ਲਗਾਵ। ਇਸ ਨਲਾਇਕ ਦਿਨੇਸ਼ ਨੂੰ ਨਾ ਜਾਣੇ
ਕਿੰਨੀ ਵਾਰ ਬੋਲਿਆ ਕਿ ਗੁੜਗਾਂਵ ਵਿੱਚ ਪਰਿਵਾਰ ਲੈ ਚੱਲ, ਪਰ ਮੇਰੀ ਸੁਣਦਾ ਕੌਣ ਹੈ। ਉੱਥੇ ਰਹਿਣਗੇ ਤਾਂ 4 ਦਿਨ ਵਿੱਚ ਸਭ ਨੂੰ ਸੁਧਾਰ ਦੂੰਗਾ। ਆਪਣੇ ਮਨ ਹੀ ਮਨ ਬੜਬੜਾਉਂਦੇ ਜਾ ਰਹੇ ਸੀ। ਦਿਨੇਸ਼ ਦੇ ਪਿਤਾ ਜਦੀ ਦਰਵਾਜ਼ੇ ਪਰ ਘੰਟੀ ਵੱਜੀ ਤਾਂ ਦੇਖਿਆ ਘਰ ਘਰ ਦੀ ਸਾਫ਼ ਸਫਾਈ ਅਤੇ ਖਾਣਾ ਬਣਾਉਣੇ ਵਾਲੀ ਮੇਡ ਖੜੀ ਸੀ। ਉਹ ਇੱਕ ਭਾਰਤੀ ਮਹਿਲਾ ਸੀ। ਕਾਫੀ ਦਿਨਾਂ ਤੋਂ ਅਮਰੀਕਾ ਵਿੱਚ ਹੀ ਰਹਿੰਦੀ ਸੀ। ਉਸਦਾ ਪੁੱਤ ਪੂਨੇ ਤੋਂ ਉਸ ਨੂੰ ਲੈ ਕੇ ਆਇਆ ਸੀ, ਪਰ ਪੁੱਤ ਦਾ ਲੰਬੀ ਬਿਮਾਰੀ ਦੇ ਬਾਅਦ ਦੇਹਾਂਤ ਹੋ ਗਿਆ ਸੀ। ਨੂੰਹ ਅਮਰੀਕਨ ਸੀ। ਉਸ ਨੇ ਦੂਜਾ ਵਿਆਹ ਕਰ ਲਿਆ ਤਾਂ ਪਤੀ ਦੀ ਮਾਂ ਨੂੰ ਘਰ ਤੋਂ ਕੱਢ ਦਿੱਤਾ ਸੀ। ਆਪਣਾ ਗੁਜ਼ਾਰਾ ਕਰਨੇ ਦੇ ਲਈ ਉੱਥੇ ਰਹਿ ਰਹੇ ਭਾਰਤੀਆਂ ਦੇ ਇੱਥੇ ਸਾਫ਼ ਸਫਾਈ ਅਤੇ ਖਾਣਾ ਬਣਾਉਣੇ ਦਾ ਕੰਮ ਕਰਦੀ ਸੀ। ਦਿਨੇਸ਼ ਦੇ ਘਰ ਵਿੱਚ ਉਹ 2 ਸਾਲ ਤੋਂ ਕੰਮ ਕਰਦੀ ਸੀ। ਜਦ ਉਹ ਦਿਨੇਸ਼ ਦੇ ਘਰ ਕੰਮ ਕਰਨ ਆਉਂਦੀ ਤਾਂ ਉਸ ਵਿੱਚ ਦਿਨੇਸ਼ ਦੇ ਪਿਤਾ ਦਾ ਸਮੇਂ ਚੰਗੀ ਤਰ੍ਹਾਂ ਪਾਰ ਹੋ ਜਾਂਦਾ ਸੀ। ਉਰਮਿਲਾ, ਤੂੰ ਆਪਣੇ ਪੁੱਤ ਦੇ ਮਰਨੇ ਦੇ ਬਾਅਦ ਭਾਰਤ ਵਾਪਿਸ ਕਿਉਂ ਨਹੀਂ ਗਈ? ਦਿਨੇਸ਼ ਦੇ ਪਿਤਾ ਨੇ ਕੰਮ ਕਰਨੇ ਵਾਲੀ ਉਰਮਿਲਾ ਤੋਂ ਪੁੱਛਿਆ। ਨਹੀਂ ਸਾਹਬ, ਮੈਂ ਵਾਪਿਸ ਜਾ ਕੇ ਵੀ ਕਿਆ ਕਰਦੀ। ਪੂਨੇ ਦੀ ਜਿੰਨੀ ਜ਼ਮੀਨ ਜਾਇਦਾਦ ਸੀ, ਪੁੱਤ ਸਭ ਕੁਝ ਵੇਚ ਕੇ ਮੈਨੂੰ ਆਪਣੇ ਨਾਲ ਲੈ ਆਇਆ ਸੀ। ਇਕੱਲਾ ਹੀ ਪੁੱਤ ਸੀ ਸਾਹਬ, ਉਹੀ ਮੇਰੇ ਜੀਵਨ ਦਾ ਸਹਾਰਾ ਸੀ। ਜੇਕਰ ਉੱਥੇ ਚਲੀ ਵੀ ਜਾਂਦੀ ਤਾਂ ਕਿੱਥੇ ਰਹਿੰਦੀ ਅਤੇ ਕਿਆ ਕਰਦੀ? ਮੇਰਾ ਪੁੱਤ ਦਿਨੇਸ਼ ਦਾ ਚੰਗਾ ਦੋਸਤ ਸੀ ਤਾਂ ਉਹ ਮੈਨੂੰ ਆਪਣੇ ਘਰ ਲੈ ਗਿਆ, ਪਰ ਸਾਹਬ ਮੈਂ ਕਿਸੇ ਪਰ ਬੋਝ ਨਹੀਂ ਬਣਨਾ ਚਾਹੁੰਦੀ ਸੀ, ਇਸ ਲਈ ਇਹ ਕੰਮ ਕਰਨ ਲੱਗੀ। ਮੈਂ ਚੰਗਾ ਪੈਸਾ ਕਮਾਉਂਦੀ ਹਾਂ ਇੱਧਰ। ਦਿਨੇਸ਼ ਦੇ ਦਫ਼ਤਰ ਵਿੱਚ ਜਿੰਨੇ ਵੀ ਭਾਰਤੀ ਹਨ, ਮੈਂ ਸਭ ਦੇ ਘਰ ਇਹੀ ਕੰਮ ਕਰਦੀ ਹਾਂ। ਮੇਰਾ ਪੁੱਤ ਵੀ ਦਿਨੇਸ਼ ਦੇ ਹੀ ਦਫ਼ਤਰ ਵਿੱਚ ਕੰਮ ਕਰਦਾ ਸੀ। ਦਿਨੇਸ਼ ਦੇ ਪਿਤਾ ਉਸਦੀ ਕਹਾਣੀ ਸੁਣ ਕੇ ਘਬਰਾ ਜਾਂਦੇ ਸੀ ਅਤੇ ਆਪਣੇ ਆਪ ਨੂੰ ਕਹਿੰਦੇ ਕਿ ਮੈਂ ਜ਼ਿੰਦਗੀ ਭਰ ਆਪਣੀ ਜ਼ਮੀਨ ਜਾਇਦਾਦ ਨਹੀਂ ਵੇਚਣੇ ਵਾਲਾ। ਮੈਨੂੰ ਹੁਣ ਸਮਝ ਵਿੱਚ ਆਇਆ ਕਿ ਦਿਨੇਸ਼ ਕਿਉਂ ਕਹਿੰਦਾ ਹੈ ਕਿ ਸਭ ਕੁਝ ਵੇਚ ਕੇ ਹਮੇਸ਼ਾ ਦੇ ਲਈ ਇੱਥੇ ਆ ਜਾਓ। ਉਰਮਿਲਾ ਕੰਮ ਵਿੱਚ ਵਿਅਸਤ ਹੋ ਗਈ ਅਤੇ ਦਿਨੇਸ਼ ਦੇ ਪਿਤਾ ਆਪਣੀ ਹੀ ਸੋਚ ਵਿਚਾਰ ਵਿੱਚ ਦਿਮਾਗ ਘੁਮਾਉਂਦੇ ਰਹੇ। ਉਰਮਿਲਾ ਨੇ ਡਾਈਨਿੰਗ ਟੇਬਲ ਪਰ ਲੰਚ ਬਣਾ ਕੇ ਆਵਾਜ਼ ਲਗਾਈ, ਸਾਹਬ ਆਓ, ਖਾਣਾ ਬਣ ਗਿਆ ਹੈ। ਤੁਹਾਨੂੰ ਕੜੀ ਬਹੁਤ ਪਸੰਦ ਹੈ ਨਾ? ਮੈਂ ਅੱਜ ਉਹੀ ਬਣਾਈ ਹੈ। ਜੀਆ ਅਤੇ ਸਾਹਿਰ ਵੀ ਆਉਣੇ ਹੀ ਵਾਲੇ ਸੀ, ਪਰ ਦਿਨੇਸ਼ ਦੇ ਪਿਤਾ ਕਦੀ ਉਹਨਾਂ ਦੇ ਨਾਲ ਲੰਚ ਅਤੇ ਡਿਨਰ ਨਹੀਂ ਕਰਦੇ ਸੀ। ਇਸ ਲਈ ਉਰਮਿਲਾ ਦੀ ਆਵਾਜ਼ ਸੁਣ ਕੇ ਉਹ ਡਾਈਨਿੰਗ ਟੇਬਲ ਪਰ ਲੱਗੇ ਭੋਜਨ ਨੂੰ ਇੱਕ ਪਲੇਟ ਵਿੱਚ ਲਗਾ ਕੇ ਖਾਣ ਲੱਗੇ। ਹੈਲੋ ਦਾਦੂ, ਹਾਊ ਆਰ ਯੂ? ਸਾਹਿਰ ਅਤੇ ਜੀਆ ਨੇ ਇੱਕ ਨਾਲ ਆਪਣੇ ਦਾਦੂ ਨੂੰ ਕਿਹਾ, ਪਰ ਦਿਨੇਸ਼ ਦੇ ਪਿਤਾ ਨੇ ਉਹਨਾਂ ਦੀ ਇਸ ਗੱਲ ਦਾ ਜਵਾਬ ਨਹੀਂ ਦਿੱਤਾ। ਤਾਂ ਫਿਰ ਦੋਵੇਂ ਬੱਚੇ ਆਪਣੇ ਆਪਣੇ ਕਮਰੇ ਵਿੱਚ ਚਲੇ ਗਏ। ਉਰਮਿਲਾ ਨੇ ਦੋਵੇਂ ਬੱਚਿਆਂ ਨੂੰ ਕਿਹਾ, ਲੰਚ ਤਿਆਰ ਹੈ, ਜਲਦੀ ਨਾਲ ਚੇਂਜ ਕਰਕੇ ਆ ਜਾਓ। ਦਿਨੇਸ਼ ਦੇ ਪਿਤਾ ਨੇ ਉਰਮਿਲਾ ਨੂੰ ਕਿਹਾ, ਮੇਰਾ ਚਸ਼ਮਾ ਨਹੀਂ ਮਿਲ ਰਿਹਾ, ਜਰਾ ਦੇਖੋ ਕਿੱਥੇ ਰੱਖ ਦਿੱਤਾ ਮੈਂ। ਉਰਮਿਲਾ ਨੇ ਕਿਹਾ, ਉਹ ਤਾਂ ਮੈਂ ਜੀਆ ਦੇ ਕਮਰੇ ਵਿੱਚ ਦੇਖਿਆ ਸੀ। ਦਿਨੇਸ਼ ਦੇ ਪਿਤਾ ਖਾਣਾ ਖਾ ਕੇ ਜੀਆ ਦੇ ਕਮਰੇ ਦੀ ਤਰਫ ਗਏ ਅਤੇ ਦਰਵਾਜ਼ਾ ਖੋਲ੍ਹ ਕੇ ਜਿਵੇਂ ਹੀ 2 ਕਦਮ ਵਧਾਏ, ਵੈਸੇ ਹੀ ਜੀਆ ਉਹਨਾਂ ਪਰ ਚੀਕ ਪਈ, ਹਾਊ ਡੇਅਰ ਯੂ, ਵਿਦਆਊਟ ਨੋਕਿੰਗ ਯੂ ਐਂਟਰ ਮਾਈ ਰੂਮ। ਬਿਨਾਂ ਦਸਤਕ ਦਿੱਤੇ ਤੁਹਾਡੀ ਹਿੰਮਤ ਕਿਵੇਂ ਹੋਈ ਮੇਰੇ ਕਮਰੇ ਵਿੱਚ ਪ੍ਰਵੇਸ਼ ਕਰਨੇ ਦੀ? ਆਊਟਸਾਈਡ, ਬਾਹਰ ਨਿਕਲੋ। ਦੇਖਦੇ ਨਹੀਂ ਮੈਂ ਕੱਪੜੇ ਬਦਲ ਰਹੀ ਹਾਂ। ਦਾਦੂ, ਤੁਹਾਨੂੰ ਇੰਨੀ ਵੀ ਤਮੀਜ਼ ਨਹੀਂ ਕਿ ਕਿਸੇ ਦੇ ਕਮਰੇ ਵਿੱਚ ਵੜਨੇ ਤੋਂ ਪਹਿਲਾਂ ਦਰਵਾਜ਼ਾ ਖੜਕਾ ਦਿਓ। ਜੀਆ ਕੱਪੜੇ ਤਾਂ ਪਹਿਲਾਂ ਹੀ ਬਦਲ ਚੁੱਕੀ ਸੀ। ਨਾ ਜਾਣੇ ਕਿਸ ਗੱਲ ਦਾ ਗੁੱਸਾ ਉਹਨਾਂ ਪਰ ਉਤਾਰ ਰਹੀ ਸੀ। ਦਿਨੇਸ਼ ਦੇ ਪਿਤਾ ਆਪਣੀ ਪੋਤੀ ਦੀ ਇਸ ਹਰਕਤ ਨਾਲ ਗੁੱਸੇ ਵਿੱਚ ਆ ਗਏ। ਨਿਸ਼ਚਲ ਚੁੱਪ ਹੋ ਗਏ, ਹੈਰਾਨ ਰਹਿ ਗਏ ਕਿ ਇਹ ਮੈਂ ਕਿਆ ਸੁਣ ਰਿਹਾ ਹਾਂ। ਜੀਆ ਇੰਨੀ ਤੇਜ਼ ਚੀਕੀ ਸੀ ਕਿ ਉਰਮਿਲਾ ਅਤੇ ਸਾਹਿਰ ਵੀ ਜੀਆ ਦੇ ਕਮਰੇ ਵਿੱਚ ਆ ਗਏ।
ਦਿਨੇਸ਼ ਦੇ ਪਿਤਾ ਦੀ ਅੱਖਾਂ ਵਿੱਚ ਹੰਝੂ ਆ ਗਏ ਅਤੇ ਉਹ ਡਗਮਗਾਉਂਦੇ ਕਦਮਾਂ ਨਾਲ ਜੀਆ ਦੇ ਕਮਰੇ ਤੋਂ ਨਿਕਲ ਆਏ। ਉਰਮਿਲਾ ਨੇ ਉਹਨਾਂ ਦਾ ਚਸ਼ਮਾ ਜੀਆ ਦੇ ਕਮਰੇ ਤੋਂ ਚੁੱਕਿਆ ਅਤੇ ਦਿਨੇਸ਼ ਦੇ ਪਿਤਾ ਨੂੰ ਦੇ ਦਿੱਤਾ। ਅਰੇ ਰੋਂਦੇ ਕਿਉਂ ਹੋ ਸਾਹਬ? ਇਹ ਅਮਰੀਕਾ ਹੈ, ਕੋਈ ਸਾਡਾ ਭਾਰਤ ਨਹੀਂ। ਇੱਥੇ ਕੌਣ ਕਦ ਅਤੇ ਕਿਆ ਕਹਿ ਦੇ, ਕੋਈ ਭਰੋਸਾ ਨਹੀਂ। ਤੁਸੀਂ ਪਰੇਸ਼ਾਨ ਨਾ ਹੋਵੋ, ਕੋਈ ਐਸੀ ਗੱਲ ਨਹੀਂ ਹੈ। ਉਹ ਹੁਣੇ ਸਕੂਲ ਤੋਂ ਆਈ ਹੈ, ਥੱਕ ਗਈ ਹੋਗੀ, ਇਸ ਲਈ ਇਹ ਜਿਹਾ ਮੂੰਹ ਤੋਂ ਨਿਕਲ ਗਿਆ। ਹੁਣ ਮੈਂ ਚੱਲਦੀ ਹਾਂ, ਤੁਸੀਂ ਆਰਾਮ ਕਰੋ। ਠਹਿਰੋ ਉਰਮਿਲਾ, ਦਿਨੇਸ਼ ਦੇ ਪਿਤਾ ਨੇ ਉਰਮਿਲਾ ਨੂੰ ਰੋਕਦੇ ਹੋਏ ਕਿਹਾ। ਦਿਨੇਸ਼ ਦੇ ਪਿਤਾ ਨੇ ਆਪਣੇ ਸੂਟਕੇਸ ਵਿੱਚ ਆਪਣਾ ਸਮਾਨ ਰੱਖਿਆ ਅਤੇ ਉਰਮਿਲਾ ਨੂੰ ਕਿਹਾ, ਹੁਣ ਚਲੋ, ਮੈਂ ਇਸ ਘਰ ਵਿੱਚ ਇੱਕ ਪਲ ਵੀ ਨਹੀਂ ਰਹਿ ਸਕਦਾ। ਪਰ ਸਾਹਬ ਹੁਣੇ ਤੁਸੀਂ ਕਿੱਥੇ ਜਾਓਗੇ? ਉਰਮਿਲਾ ਨੇ ਦਿਨੇਸ਼ ਦੇ ਪਿਤਾ ਦੀ ਤਰਫ ਦੇਖਦੇ ਹੋਏ ਕਿਹਾ। ਜੀਆ ਅਤੇ ਸਾਹਿਰ ਵੀ ਉੱਥੇ ਹੀ ਖੜੇ ਸੀ। ਜਹਾਨੁਮ ਵਿੱਚ ਚਲਾ ਜਾਊਂਗਾ, ਪਰ ਇੱਥੇ ਨਹੀਂ ਰੁਕ ਸਕਦਾ। ਪਰ ਸਾਹਬ, ਦਿਨੇਸ਼ ਅਤੇ ਉਸਦੀ ਪਤਨੀ ਨੂੰ ਤਾਂ ਆਉਣੇ ਦਵੋ। ਉਰਮਿਲਾ ਨੇ ਫਿਰ ਤੋਂ ਦਿਨੇਸ਼ ਦੇ ਪਿਤਾ ਨੂੰ ਕਿਹਾ, ਤੂੰ ਬੈਗ ਚੁੱਕਦੀ ਹੈ ਜਾਂ ਨਹੀਂ, ਜਾਂ ਮੈਂ ਹੀ ਚੁੱਕ ਲਾਂ? ਇੰਨੇ ਬੜੇ ਸ਼ਹਿਰ ਵਿੱਚ ਕੋਈ ਤਾਂ ਹੋਟਲ ਹੋਵੇਗਾ, ਉੱਥੇ ਰੁਕ ਲੂੰਗਾ ਅਤੇ 2-4 ਦਿਨ ਵਿੱਚ ਗੁੜਗਾਂਵ ਚਲਾ ਜਾਊਂਗਾ। ਉਰਮਿਲਾ ਨੇ ਕਿਹਾ, ਸਾਹਬ ਤੁਸੀਂ ਸਾਡੇ ਰੂਮ ਪਰ ਚਲੋ। ਜਦ ਦਿਨੇਸ਼ ਆਏਗਾ, ਜਦ ਕਿਤੇ ਵੀ ਚਲੇ ਜਾਣਾ, ਮੈਂ ਤੁਹਾਨੂੰ ਇਵੇਂ ਕਿਤੇ ਨਹੀਂ ਜਾਣ ਦੂੰਗੀ। ਦਿਨੇਸ਼ ਦੇ ਪਿਤਾ ਅਤੇ ਉਰਮਿਲਾ ਦੋਵੇਂ ਘਰ ਤੋਂ ਨਿਕਲ ਗਏ। ਜੀਆ ਅਤੇ ਸਾਹਿਰ ਉਹਨਾਂ ਨੂੰ ਜਾਂਦੇ ਹੋਏ ਦੇਖਦੇ ਰਹੇ। ਥੋੜ੍ਹੀ ਦੇਰ ਬਾਅਦ ਦੋਵੇਂ ਭਾਈ ਭੈਣ ਖਾਣਾ ਖਾਂਦੇ ਹੋਏ ਫਿਰ ਤੋਂ ਆਪਣੇ ਦਾਦੂ ਦਾ ਮਜ਼ਾਕ ਉਡਾਉਣ ਲੱਗੇ। ਵਾਓ ਵਟ ਆ ਲਵ ਸਟੋਰੀ। ਦਾਦੂ ਨੂੰ ਇੰਨਾ ਵੀ ਸ਼ਰਮ ਨਹੀਂ ਹੈ ਕਿ ਮੇਡ ਦੇ ਘਰ ਰਹਿਣੇ ਨੂੰ ਚਲਾ ਗਿਆ। ਸਿੱਟ ਯਾਰ। ਉਰਮਿਲਾ ਨੇ ਦਿਨੇਸ਼ ਦੇ ਪਿਤਾ ਦਾ ਆਪਣੇ ਘਰ ਵਿੱਚ ਬਹੁਤ ਸਵਾਗਤ ਕੀਤਾ। ਦਿਨੇਸ਼ ਦੇ ਪਿਤਾ ਨੂੰ ਇੱਥੇ ਬਹੁਤ ਸਕੂਨ ਮਿਲ ਰਿਹਾ ਸੀ। ਉਹਨਾਂ ਨੇ ਉਰਮਿਲਾ ਨੂੰ ਕਿਹਾ, ਤੈਨੂੰ ਇੱਥੇ ਕਿਆ ਮਿਲ ਰਿਹਾ ਹੈ ਜੋ ਇੰਨੀ ਸ਼ਿੱਦਤ ਦੇ ਨਾਲ 7 ਸਮੁੰਦਰ ਪਾਰ ਬਿਨਾਂ ਵਜ੍ਹਾ ਪਈ ਹੋ? ਪੁਣੇ ਨਹੀਂ ਜਾਣਾ ਚਾਹੁੰਦੀ ਤਾਂ ਮੇਰੇ ਘਰ ਗੁੜਗਾਂਵ ਚਲੋ, ਮੈਨੂੰ ਵੀ ਤੇਰਾ ਸਾਥ ਮਿਲ ਜਾਵੇਗਾ ਅਤੇ ਤੈਨੂੰ ਇੱਕ ਸਹਾਰਾ। ਉਰਮਿਲਾ ਦਿਨੇਸ਼ ਦੇ ਪਿਤਾ ਦੀ ਇਸ ਗੱਲ ਪਰ ਚੁੱਪ ਹੋ ਗਈ। ਜਦ ਦਿਨੇਸ਼ ਦੇ ਪਿਤਾ ਨੇ ਕਿਹਾ, ਅਰੇ ਤੁਸੀਂ ਕਿੱਥੇ ਖੋ ਗਈ? ਕੋਈ ਜਵਾਬ ਨਹੀਂ ਦਿੱਤਾ ਹੁਣ ਤੱਕ। ਉਰਮਿਲਾ ਬੋਲੀ, ਇੱਥੇ ਰਹਿ ਕੇ ਮੈਨੂੰ ਐਸਾ ਲੱਗਦਾ ਹੈ ਕਿ ਮੇਰਾ ਪੁੱਤ ਮੇਰੇ ਆਸ-ਪਾਸ ਹੀ ਹੈ। ਜੇਕਰ ਮੈਂ ਪੁਣੇ ਜਾਂ ਤੁਹਾਡੇ ਨਾਲ ਗੁੜਗਾਂਵ ਗਈ ਤਾਂ ਮੇਰੇ ਪੁੱਤ ਦੀ ਯਾਦਾਂ ਇੱਥੇ ਹੀ ਸਿਮਟ ਕੇ ਦਫਨ ਹੋ ਜਾਣਗੀ। ਦਿਨੇਸ਼ ਦੇ ਪਿਤਾ ਨੇ ਉਰਮਿਲਾ ਦੀ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ। ਮੈਂ ਤੁਹਾਡੇ ਲਈ ਕੁਝ ਖਾਣੇ ਦੇ ਲਈ ਬਣਾਉਂਦੀ ਹਾਂ, ਤੁਸੀਂ ਅੱਜ ਠੀਕ ਨਾਲ ਲੰਚ ਵੀ ਨਹੀਂ ਕੀਤਾ। ਇੰਨਾ ਕਹਿ ਕੇ ਉਰਮਿਲਾ ਕਿਚਨ ਦੀ ਤਰਫ ਵੱਧ ਗਈ ਅਤੇ ਦਿਨੇਸ਼ ਦੇ ਪਿਤਾ ਨਾ ਜਾਣੇ ਕਿਹਨਾਂ ਖਿਆਲਾਂ ਵਿੱਚ ਖੋ ਗਏ। ਦਿਨੇਸ਼ ਅਤੇ ਉਸਦੀ ਪਤਨੀ ਜਦ ਸ਼ਾਮ ਨੂੰ ਮੁੜੇ ਤਾਂ ਦਿਨੇਸ਼ ਦੀ ਬੇਟੀ ਜੀਆ ਨੇ ਆਪਣੇ ਦਾਦੂ ਦੇ ਖਿਲਾਫ ਇਹੋ ਜਿਹਾ ਜ਼ਹਿਰ ਉਗਲਿਆ ਕਿ ਦਿਨੇਸ਼ ਦੀ ਪਤਨੀ ਅੱਗ ਬਬੂਲਾ ਹੋ ਗਈ। ਜੀਆ ਨੇ ਕਿਹਾ ਕਿ ਮੈਂ ਕੱਪੜੇ ਚੇਂਜ ਕਰ ਰਹੀ ਸੀ ਅਤੇ ਦਾਦੂ ਨੇ ਮੇਰੇ ਕਮਰੇ ਵਿੱਚ ਆ ਕੇ ਮੇਰੇ ਬਦਨ ਨਾਲ ਛੇੜਛਾੜ ਕਰਨੇ ਦੀ ਕੋਸ਼ਿਸ਼ ਕੀਤੀ। ਦਿਨੇਸ਼ ਬੇਟੀ ਦੀ ਇਹ ਗੱਲ ਸੁਣ ਕੇ ਨਿਸਤਲ ਚੁੱਪ ਹੋ ਗਿਆ, ਪਰ ਬੇਟੀ ਦੀ ਇਸ ਗੱਲ ਨਾਲ ਦਿਨੇਸ਼ ਬਿਲਕੁਲ ਵੀ ਸਹਿਮਤ ਨਹੀਂ ਸੀ। ਅੱਜ ਉਸ ਨੂੰ ਖੁਦ ਪਰ ਸ਼ਰਮ ਆ ਰਹੀ ਸੀ ਕਿ ਉਸਨੇ ਆਪਣੇ ਬੱਚਿਆਂ ਦੀ ਪਰਵਰਿਸ਼ ਵਿੱਚ ਕੋਈ ਕਮੀ ਛੱਡ ਦਿੱਤੀ ਹੋਗੀ। ਸਾਹਿਰ ਨੇ ਕਿਹਾ, ਦਾਦੂ ਦਾ ਮੇਡ ਦੇ ਨਾਲ ਅਫੇਅਰ ਚੱਲ ਰਿਹਾ ਹੈ, ਇਸ ਲਈ ਉਹ ਸਾਡਾ ਘਰ ਛੱਡ ਕੇ ਮੇਡ ਦੇ ਘਰ ਰਹਿਣ ਚਲਾ ਗਿਆ। ਦਿਨੇਸ਼ ਗੁੱਸੇ 'ਚ ਆ ਗਿਆ ਅਤੇ ਜਿਵੇਂ ਹੀ ਆਪਣਾ ਹੱਥ ਸਾਹਿਰ ਪਰ ਚੁੱਕਣਾ ਚਾਹਿਆ, ਵੈਸੇ ਹੀ ਦਿਨੇਸ਼ ਦੀ ਅੰਗਰੇਜ਼ ਪਤਨੀ ਨੇ ਦਿਨੇਸ਼ ਦੇ ਹੱਥ ਨੂੰ ਰੋਕਦੇ ਹੋਏ ਕਿਹਾ, ਹਾਊ ਡੇਅਰ ਯੂ? ਪਹਿਲਾਂ ਆਪਣੇ ਪਿਤਾ ਨੂੰ ਦੇਖਦੇ ਨਹੀਂ, ਮੇਰੇ ਬੱਚਿਆਂ ਨੂੰ ਮਾਰਨ ਲੱਗਾ। ਜਸਟ ਹੋਲਡ ਯੋਰ ਹੈਂਡ। ਮੇਰਾ ਪੁੱਤ ਅਤੇ ਧੀ ਕਦੀ ਝੂਠ ਨਹੀਂ ਬੋਲਦੇ ਹਨ। ਹੁਣ ਤਾਂ ਦਿਨੇਸ਼ ਕੁਝ ਕਹਿ ਵੀ ਨਹੀਂ ਸਕਦਾ ਸੀ।
ਕਿਉਂਕਿ ਪਤਨੀ ਅਤੇ ਬੱਚੇ ਸਾਰੇ ਉਸਦੇ ਖਿਲਾਫ ਹੋ ਚੁੱਕੇ ਸੀ। ਅੱਜ ਸ਼ਾਮ ਜਦ ਉਰਮਿਲਾ ਦਿਨੇਸ਼ ਅਤੇ ਹੋਰ ਘਰਾਂ ਵਿੱਚ ਖਾਣਾ ਬਣਾਉਣੇ ਦੇ ਲਈ ਆਪਣੇ ਘਰ ਤੋਂ ਨਿਕਲਣ ਲੱਗੀ ਤਾਂ ਦਿਨੇਸ਼ ਦੇ ਪਿਤਾ ਨੇ ਉਰਮਿਲਾ ਦੇ ਦੋਵੇਂ ਹੱਥ ਫੜ ਲਏ ਅਤੇ ਕਿਹਾ, ਅੱਜ ਤੋਂ ਤੂੰ ਕਿਸੇ ਦੇ ਘਰ ਕੰਮ ਕਰਨ ਨਹੀਂ ਜਾਵੇਂਗੀ। ਕਿਆ ਜ਼ਰੂਰਤ ਹੈ ਤੈਨੂੰ ਘਰ ਘਰ ਜਾ ਕੇ ਕੰਮ ਕਰਨੇ ਦੀ? ਮੰਨਿਆ ਕਿ ਤੂੰ ਮੇਰੇ ਨਾਲ ਗੁੜਗਾਮ ਨਹੀਂ ਚੱਲ ਸਕਦੀ, ਪਰ ਮੈਂ ਤਾਂ ਆਪਣੀ ਛੋਟੀ ਭੈਣ ਉਰਮਿਲਾ ਦੇ ਘਰ ਰਹਿ ਸਕਦਾ ਹਾਂ ਨਾ। ਉਰਮਿਲਾ ਹੈਰਾਨ ਜਿਹੀ ਰਹਿ ਗਈ ਅਤੇ ਉਸਦੀ ਅੱਖਾਂ ਵਿੱਚ ਹੰਝੂ ਝਲਕ ਆਏ। ਉਰਮਿਲਾ ਨੇ ਰੋਂਦੇ ਹੋਏ ਦਿਨੇਸ਼ ਦੇ ਪਿਤਾ ਨੂੰ ਕਿਹਾ, ਮੇਰਾ ਤਾਂ ਕੋਈ ਭਾਈ ਨਹੀਂ ਸੀ, ਪਰ ਈਸ਼ਵਰ ਨੇ 7 ਸਮੁੰਦਰ ਪਾਰ ਵਸਾ ਕੇ ਮੈਨੂੰ ਵੱਡਾ ਭਾਈ ਵੀ ਦੇ ਦਿੱਤਾ। ਇੰਨਾ ਕਹਿ ਕੇ ਉਰਮਿਲਾ ਆਪਣੇ ਭਾਈ ਦੇ ਗਲੇ ਲੱਗ ਕੇ ਰੋਣ ਲੱਗੀ। ਜਦੀ ਦਿਨੇਸ਼ ਉੱਥੇ ਆ ਗਿਆ। ਆਪਣੇ ਪਿਤਾ ਦੀ ਬਾਹਾਂ ਵਿੱਚ ਉਰਮਿਲਾ ਨੂੰ ਦੇਖ ਕੇ ਉਹ ਬਿਨਾਂ ਸੱਚ ਜਾਣੇ ਹੀ ਉੱਥੇ ਤੋਂ ਚਲਾ ਗਿਆ। ਦਿਨੇਸ਼ ਨੂੰ ਕੁਝ ਸਮਝ ਨਹੀਂ ਆਇਆ ਕਿ ਪਾਪਾ ਇਹੋ ਜਿਹਾ ਕਿਉਂ ਕਰ ਰਹੇ ਹਨ। ਬੱਚੇ ਜੋ ਕਹਿ ਰਹੇ ਹਨ, ਕਿਆ ਉਸ ਨੂੰ ਮੈਂ ਗਲਤ ਸਮਝਾਂ ਜਾਂ ਫਿਰ ਹੁਣੇ ਜੋ ਮੈਂ ਆਪਣੀ ਅੱਖਾਂ ਨਾਲ ਦੇਖਿਆ ਉਸ ਨੂੰ ਸਹੀ ਮੰਨਾਂ। ਪੂਰਾ ਦਿਨ ਗੁਜ਼ਰ ਗਿਆ। ਉਰਮਿਲਾ ਅੱਜ ਘਰ ਤੋਂ ਬਾਹਰ ਹੀ ਨਹੀਂ ਨਿਕਲੀ। ਦਿਨੇਸ਼ ਦੇ ਪਿਤਾ ਨਹੀਂ ਚਾਹੁੰਦੇ ਸੀ ਕਿ ਉਰਮਿਲਾ ਕਿਸੇ ਦੇ ਘਰ ਕੰਮ ਕਰਨ ਜਾਵੇ। ਉਰਮਿਲਾ ਨੇ ਕਿਹਾ ਵੀ ਘੱਟ ਤੋਂ ਘੱਟ ਦਿਨੇਸ਼ ਦੇ ਘਰ ਤਾਂ ਖਾਣਾ ਬਣਾ ਦਾਂ, ਨਹੀਂ ਤਾਂ ਬੱਚੇ ਭੁੱਖੇ ਰਹਿਣਗੇ ਜਾਂ ਫਿਰ ਉਹ ਅੰਗਰੇਜ਼ਣ ਕੁਝ ਵੀ ਬਾਹਰ ਤੋਂ ਆਰਡਰ ਕਰ ਦੇਗੀ। ਮਰਨੇ ਦੋ ਭੁੱਖੇ ਸਭ ਨੂੰ ਅਕਲ ਟਿਕਾਣੇ ਲੱਗ ਜਾਵੇਗੀ। ਹੁਣੇ ਦੋਵੇਂ ਲੋਕ ਗੱਲ ਹੀ ਕਰ ਰਹੇ ਸੀ ਕਿ ਉਰਮਿਲਾ ਦਾ ਮੋਬਾਈਲ ਵੱਜਣ ਲੱਗਾ। ਉਸਨੇ ਸਕਰੀਨ ਪਰ ਦੇਖਿਆ ਤਾਂ ਦਿਨੇਸ਼ ਫੋਨ ਕਰ ਰਿਹਾ ਸੀ। ਹਾਂ ਦਿਨੇਸ਼ ਬੇਟਾ, ਕਿਵੇਂ ਹੈ ਤੂੰ? ਉਰਮਿਲਾ ਨੇ ਦਿਨੇਸ਼ ਤੋਂ ਪੁੱਛਿਆ। ਮੈਂ ਤਾਂ ਠੀਕ ਹਾਂ ਆਂਟੀ, ਪਰ ਤੁਸੀਂ ਜੋ ਕਰ ਰਹੇ ਹੋ ਇਸ ਉਮਰ ਵਿੱਚ ਉਹ ਠੀਕ ਨਹੀਂ ਹੈ। ਉਰਮਿਲਾ ਨੇ ਮੋਬਾਈਲ ਦਾ ਸਪੀਕਰ ਔਨ ਕਰ ਦਿੱਤਾ। ਦਿਨੇਸ਼ ਬੇਟਾ, ਮੈਂ ਕੁਝ ਸਮਝੀ ਨਹੀਂ, ਤੂੰ ਕਿਆ ਕਹਿਣਾ ਚਾਹੁੰਦਾ ਹੈ? ਤੁਸੀਂ ਇੰਨੀ ਵੀ ਬੇਵਕੂਫ ਨਹੀਂ ਹੋ ਆਂਟੀ ਕਿ ਮੇਰੀ ਗੱਲ ਤੁਹਾਨੂੰ ਸਮਝ ਨਹੀਂ ਆ ਰਹੀ। ਅੱਜ ਜਦ ਮੈਂ ਪਾਪਾ ਨੂੰ ਲੈਣ ਤੁਹਾਡੇ ਘਰ ਗਿਆ ਤਾਂ ਮੈਂ ਖੁਦ ਆਪਣੀ ਅੱਖਾਂ ਨਾਲ ਦੇਖਿਆ ਕਿ ਤੁਸੀਂ ਪਾਪਾ ਦੇ ਗਲੇ ਲੱਗੀ ਹੋਈ ਸੀ। ਉਰਮਿਲਾ ਦੀ ਅੱਖਾਂ ਤੋਂ ਹੰਝੂ ਆ ਗਏ। ਦਿਨੇਸ਼ ਦੇ ਪਿਤਾ ਦਿਨੇਸ਼ ਦੀ ਸਭ ਗੱਲਾਂ ਸੁਣ ਰਹੇ ਸੀ ਅਤੇ ਉਹਨਾਂ ਨੇ ਉਰਮਿਲਾ ਦੇ ਹੱਥ ਤੋਂ ਮੋਬਾਈਲ ਲੈ ਲਿਆ ਅਤੇ ਦਿਨੇਸ਼ ਨੂੰ ਝਿੜਕਣਾ ਸ਼ੁਰੂ ਕਰ ਦਿੱਤਾ। ਕਿਆ ਬਕ ਰਿਹਾ ਹੈ? ਬੋਲ, ਮੈਂ ਤੇਰਾ ਬਾਪ ਬੋਲ ਰਿਹਾ ਹਾਂ। ਸਾਲੇ ਨਲਾਇਕ ਅੰਗਰੇਜ਼ਣ ਬੀਵੀ ਦੇ ਗੁਲਾਮ। ਤੈਨੂੰ ਹੀ ਸੰਸਕਾਰ ਦਿੱਤੇ ਸੀ ਮੈਂ ਕਿ ਤੂੰ ਇਸ ਬੁਢਾਪੇ ਵਿੱਚ ਮੇਰੇ ਪਰ ਉਰਮਿਲਾ ਭੈਣ ਪਰ ਸ਼ੱਕ ਕਰ ਰਿਹਾ ਹੈ। ਜਰਾ ਖੁਦ ਦੇ ਪਰਿਵਾਰ ਨੂੰ ਤਾਂ ਦੇਖ, ਕਿਆ ਹੋ ਰਿਹਾ ਹੈ ਤੇਰੀ ਫੈਮਿਲੀ ਵਿੱਚ। ਤੇਰੇ ਬੱਚੇ ਉਮਰ ਵਿੱਚ ਤਾਂ ਬੱਚੇ ਹੀ ਹਨ, ਪਰ ਉਹਨਾਂ ਦੀ ਹਰਕਤਾਂ ਦੇਖੀ ਹੈ ਤੂੰ? ਅਮਰੀਕਾ ਕਿਆ ਰਹਿਣ ਲੱਗ ਗਿਆ, ਤੂੰ ਆਪਣੇ ਸਾਰੇ ਸੰਸਕਾਰ ਹੀ ਭੁੱਲ ਗਿਆ। ਤੇਰੇ ਜੈਸੇ ਮੂਰਖ ਇਨਸਾਨ ਤੋਂ ਮੈਨੂੰ ਇਹੀ ਉਮੀਦ ਸੀ। ਤੇਰੇ ਘਰ ਰਹਿਣੇ ਤੋਂ ਤਾਂ ਚੰਗਾ ਹੈ ਮੈਂ ਉਰਮਿਲਾ ਭੈਣ ਦੇ ਘਰ ਰਹਿ ਲੂੰਗਾ। ਅੱਜ ਦੇ ਬਾਅਦ ਕਦੀ ਉਰਮਿਲਾ ਭੈਣ ਪਰ ਉਂਗਲੀ ਚੁੱਕੀ ਤਾਂ? ਦਿਨੇਸ਼ ਆਪਣੇ ਪਿਤਾ ਦੀ ਗੱਲਾਂ ਸੁਣ ਕੇ ਕੋਈ ਜਵਾਬ ਨਹੀਂ ਦੇ ਪਾਇਆ ਅਤੇ ਫੋਨ ਕੱਟ ਦਿੱਤਾ। ਦਿਨੇਸ਼ ਦੀ ਅੱਖ ਖੁੱਲ੍ਹ ਗਈ। ਹੁਣੇ ਤੱਕ ਉਹ ਆਪਣੇ ਪਿਤਾ ਦੇ ਬਾਰੇ ਵਿੱਚ ਗਲਤ ਸੋਚ ਰਿਹਾ ਸੀ, ਪਰ ਹੁਣ ਉਸਦੇ ਕੰਨਾਂ ਵਿੱਚ ਪਿਤਾ ਦੇ ਉਹ ਸ਼ਬਦ ਉਰਮਿਲਾ ਭੈਣ ਹੀ ਗੂੰਜ ਰਿਹਾ ਸੀ। ਦਿਨੇਸ਼ ਆਪਣੇ ਘਰ ਬੀਵੀ ਬੱਚਿਆਂ ਦੇ ਹੁੰਦੇ ਹੋਏ ਵੀ ਇਕੱਲਾ ਮਹਿਸੂਸ ਕਰ ਰਿਹਾ ਸੀ। ਦੋਵੇਂ ਬੱਚੇ ਆਪਣੀ ਮਾਂ ਦੇ ਮੁਤਾਬਿਕ ਹੀ ਚੱਲਦੇ ਸੀ। ਡੈਡੀ, ਮੈਨੂੰ ਭੁੱਖ ਲੱਗੀ ਹੈ, ਕਿਆ ਅੱਜ ਸਾਡੀ ਮੇਡ ਨਹੀਂ ਆਏਗੀ? ਦਿਨੇਸ਼ ਦੀ ਬੇਟੇ ਸਾਹਿਰ ਨੇ ਆਪਣੇ ਪਿਤਾ ਤੋਂ ਪੁੱਛਿਆ। ਦਿਨੇਸ਼ ਨੇ ਕਿਹਾ, ਨੋ, ਸ਼ੀ ਆਨ ਲੀਵ ਟੂਡੇ। ਜਦ ਤੱਕ ਦਿਨੇਸ਼ ਦੀ ਬੇਟੀ ਵੀ ਆ ਗਈ ਅਤੇ ਕਿਚਨ ਵਿੱਚ ਜਾ ਕੇ ਖਾਣਾ ਲੱਭਣ ਲੱਗੀ। ਉਸਨੇ ਜਦ ਦੇਖਿਆ ਕਿ ਸਾਰੇ ਭਾਂਡੇ ਖਾਲੀ ਹਨ ਤਾਂ ਉਸਦਾ ਗੁੱਸਾ 7ਵੇਂ ਆਸਮਾਨ ਪਰ ਪਹੁੰਚ ਗਿਆ। ਸਿਟ ਯਾਰ, ਵੇਅਰ ਇਜ਼ ਅਹੀਲਿਆ? ਵਟ ਦਾ ਹੈਲ? ਹੁਣੇ ਤੱਕ ਉਹ ਖਾਣਾ ਪਕਾਉਣ ਨਹੀਂ ਆਈ।
ਡੈਡੀ ਉਸ ਮੇਡ ਨੂੰ ਹੁਣੇ ਆਪਣੇ ਘਰ ਵਿੱਚ ਨਹੀਂ ਬੁਲਾਣੇ ਦਾ। ਉਸਨੇ ਦਾਦੂ ਨੂੰ ਵੀ ਆਪਣੇ ਚੱਕਰ ਵਿੱਚ ਫਸਾ ਲਿਆ। ਦੇਖੋ ਹੁਣੇ ਤੱਕ ਡਿਨਰ ਰੈਡੀ ਨਹੀਂ ਹੈ। ਮੈਨੂੰ ਤੇਜ਼ ਭੁੱਖ ਲੱਗੀ ਹੈ। ਭੁੱਖ ਲੱਗੀ ਹੈ ਤਾਂ ਜਾ ਕੇ ਅੱਗ ਭਰ ਲੈ ਮੂੰਹ ਵਿੱਚ। ਜਦੀ ਦਿਨੇਸ਼ ਦੀ ਪਤਨੀ ਆਪਣੇ ਕਮਰੇ ਤੋਂ ਬਾਹਰ ਆ ਗਈ। ਉਸ ਨੂੰ ਦੇਖਦੇ ਹੀ ਦਿਨੇਸ਼ ਦੀ ਜ਼ੁਬਾਨ ਬੰਦ ਹੋ ਗਈ। ਦਿਨੇਸ਼ ਦੀ ਪਤਨੀ ਨੇ ਕਿਹਾ, ਤੇਰਾ ਪਿਤਾ ਬਹੁਤ ਘਟੀਆ ਇਨਸਾਨ ਹੈ। ਨੌਕਰਾਣੀ ਨੂੰ ਲੈ ਕੇ ਇੱਧਰ ਤੋਂ ਭੱਜ ਗਿਆ। ਤੁਸੀਂ ਇੰਡੀਅਨ ਸਭ ਇਹੋ ਜਿਹਾ ਹੀ ਹੁੰਦਾ ਹੈ। ਜਿਵੇਂ ਹੀ ਦਿਨੇਸ਼ ਨੇ ਆਪਣੀ ਪਤਨੀ ਦੀ ਗੱਲ ਸੁਣੀ ਤਾਂ ਉਹ ਅੱਗ ਬਬੂਲਾ ਹੋ ਗਿਆ। ਜਸਟ ਸ਼ਟ ਅਪ। ਮੇਰਾ ਫਾਦਰ ਹੈ ਤਾਂ ਉਹਨਾਂ ਦੇ ਲਈ ਰਿਸਪੈਕਟ ਨਾਲ ਗੱਲ ਕਰੋ, ਨਹੀਂ ਤਾਂ ਬਹੁਤ ਬੁਰਾ ਹੋ ਜਾਵੇਗਾ। ਦਿਨੇਸ਼ ਦੀ ਪਤਨੀ ਬੋਲੀ, ਯੂ ਸ਼ਟ ਅਪ। ਜੇਕਰ ਤੈਨੂੰ ਵੀ ਆਪਣੇ ਡੈਡੀ ਦੇ ਨਾਲ ਜਾਣਾ ਹੈ ਤਾਂ ਜਾਓ, ਪਰ ਮੇਰੇ ਬੱਚਿਆਂ ਨਾਲ ਕਾਇਦੇ ਨਾਲ ਗੱਲ ਕਰੋ। ਪਤਨੀ ਦੀ ਕੜਕ ਆਵਾਜ਼ ਨੇ ਇੱਕ ਵਾਰ ਫਿਰ ਤੋਂ ਦਿਨੇਸ਼ ਦੀ ਜ਼ੁਬਾਨ ਪਰ ਤਾਲਾ ਲਗਾ ਦਿੱਤਾ। ਦਿਨੇਸ਼ ਦੋ ਰਾਹੇ ਪਰ ਖੜਾ ਸੀ। ਇੱਕ ਤਰਫ ਭਾਰਤੀ ਪਿਤਾ ਦੇ ਸੰਸਕਾਰ ਨਾਲ ਬੰਨਾ, ਦੂਸਰੀ ਤਰਫ ਆਪਣੀ ਵਿਦੇਸ਼ੀ ਪਤਨੀ ਅਤੇ ਬੱਚਿਆਂ ਨੂੰ ਸਮਝ ਨਹੀਂ ਪਾ ਰਿਹਾ ਸੀ ਕਿ ਉਹ ਕਿਆ ਕਰੇ। ਪਾਪਾ ਦੀ ਵਜ੍ਹਾ ਨਾਲ ਮੇਰੀ ਗ੍ਰਸਤੀ ਟੁੱਟ ਰਹੀ ਹੈ ਤਾਂ ਕਦੀ ਸੋਚਦਾ ਪਤਨੀ ਦੀ ਵਜ੍ਹਾ ਨਾਲ ਪਾਪਾ ਮੇਰੇ ਤੋਂ ਦੂਰ ਹੋ ਰਹੇ ਹਨ। ਕਿਸੇ ਤਰ੍ਹਾਂ ਨਾਲ ਉਸਨੇ ਪਤਨੀ ਅਤੇ ਬੱਚਿਆਂ ਨੂੰ ਸਮਝਾ ਲਿਆ ਅਤੇ ਪਾਪਾ ਨੂੰ ਆਪਣੇ ਘਰ ਲਿਆਉਣੇ ਦੀ ਗੱਲ ਵੀ ਕਰ ਲਈ। ਦਿਨੇਸ਼ ਦੀ ਪਤਨੀ ਨੇ ਕਿਹਾ, ਦੇਖੋ ਜੇਕਰ ਤੇਰਾ ਡੈਡੀ ਇੱਧਰ ਰਹਿਣੇ ਨੂੰ ਮੰਗਦਾ ਹੈ ਤਾਂ ਉਰਮਿਲਾ ਇੱਧਰ ਨਹੀਂ ਰਹੇਗੀ। ਉਹ ਲੰਚ ਅਤੇ ਡਿਨਰ ਬਣਾ ਕੇ ਆਪਣੇ ਘਰ ਜਾਏਗੀ। ਦਿਨੇਸ਼ ਨੇ ਕਿਹਾ, ਭਲਾ ਉਰਮਿਲਾ ਆਂਟੀ ਇੱਥੇ ਕਿਉਂ ਰਹੇਗੀ? ਉਹਨਾਂ ਦਾ ਆਪਣਾ ਘਰ ਨਹੀਂ ਹੈ ਕਿਆ? ਜਿਵੇਂ ਉਹ ਪਹਿਲਾਂ ਇੱਧਰ ਆਉਂਦੀ ਸੀ ਵੈਸੇ ਹੀ ਹੁਣ ਵੀ ਕੰਮ ਕਰਨ ਹੀ ਆਏਗੀ। ਜਦੀ ਦਿਨੇਸ਼ ਦੀ ਬੇਟੀ ਬੋਲੀ, ਮੰਮੀ ਉਹ ਓਲਡ ਮੈਨ ਨੂੰ ਉੱਧਰ ਹੀ ਰਹਿਣੇ ਦਿਓ। ਉਹ ਮੈਨੂੰ ਵੀ ਪਸੰਦ ਨਹੀਂ। ਉਸਦੀ ਅੱਖ ਮੈਨੂੰ ਚੰਗੀ ਨਹੀਂ ਲੱਗਦੀ। ਉਸ ਦਿਨ ਉਹ ਮੇਰਾ ਰੂਮ ਨੋਕ ਨਹੀਂ ਕੀਤਾ ਅਤੇ ਅੰਦਰ ਘੁਸ ਆਇਆ। ਮੈਂ ਕੱਪੜੇ ਬਦਲ ਰਹੀ ਸੀ। ਡੈਡੀ ਨੂੰ ਜੇਕਰ ਉਹਨਾਂ ਨੂੰ ਰੱਖਣਾ ਹੈ ਤਾਂ ਮੈਨੂੰ ਬੋਰਡਿੰਗ ਵਿੱਚ ਭੇਜ ਦਿਓ। 13 ਸਾਲ ਦੀ ਦਿਨੇਸ਼ ਦੀ ਬੇਟੀ ਤੋਂ ਦਿਨੇਸ਼ ਨੂੰ ਇਹ ਉਮੀਦ ਨਹੀਂ ਸੀ ਕਿ ਉਹ ਆਪਣੇ ਦਾਦਾ ਦੇ ਲਈ ਇਸ ਤਰ੍ਹਾਂ ਗੱਲ ਕਰੇਗੀ। ਦਿਨੇਸ਼ ਨੇ ਆਪਣੀ ਬੇਟੀ ਨੂੰ ਕਿਹਾ, ਹੀ ਇਜ਼ ਮਾਈ ਫਾਦਰ। ਜਿਵੇਂ ਮੈਂ ਤੇਰਾ ਪਿਤਾ ਹਾਂ ਵੈਸੇ ਹੀ ਉਹ ਵੀ ਮੇਰੇ ਪਾਪਾ ਹਨ। ਦਿਨੇਸ਼ ਨੇ ਕਿਸੇ ਤਰ੍ਹਾਂ ਨਾਲ ਬੇਟੀ ਨੂੰ ਵੀ ਸਮਝਾ ਲਿਆ ਅਤੇ ਚਾਰੋਂ ਲੋਕ ਉਰਮਿਲਾ ਦੇ ਘਰ ਪਹੁੰਚ ਗਏ। ਉਰਮਿਲਾ ਦਿਨੇਸ਼ ਦੇ ਪਿਤਾ ਦੇ ਸਿਰ ਦੀ ਮਾਲਿਸ਼ ਕਰ ਰਹੀ ਸੀ। ਦਰਵਾਜ਼ੇ ਦੀ ਤਰਫ ਪਿੱਠ ਸੀ ਅਤੇ ਦਿਨੇਸ਼ ਦੇ ਪਿਤਾ ਦੀ ਕੁਰਸੀ ਦਾ ਮੂੰਹ ਵੀ ਦਰਵਾਜ਼ੇ ਦੀ ਤਰਫ ਸੀ ਜਿਸ ਪਰ ਉਹ ਬੈਠੇ ਸੀ। ਉਰਮਿਲਾ ਕੁਰਸੀ ਦੇ ਪਿੱਛੇ ਖੜੀ ਸੀ ਅਤੇ ਦਿਨੇਸ਼ ਦੇ ਪਿਤਾ ਦੇ ਹੱਥ ਵਿੱਚ ਤੇਲ ਦੀ ਕਟੋਰੀ ਸੀ। ਉਰਮਿਲਾ ਤੇਲ ਦੀ ਕਟੋਰੀ ਤੋਂ ਆਪਣੇ ਹੱਥ ਵਿੱਚ ਤੇਲ ਲੈਣੇ ਦੇ ਲਈ ਦਿਨੇਸ਼ ਦੇ ਪਿਤਾ ਦੀ ਤਰਫ ਝੁਕੀ। ਵੈਸੇ ਹੀ ਦਿਨੇਸ਼, ਉਸਦੀ ਪਤਨੀ ਅਤੇ ਦੋਵੇਂ ਬੱਚੇ ਕਮਰੇ ਵਿੱਚ ਵੜਨ ਲੱਗੇ। ਜਦੀ ਦਿਨੇਸ਼ ਦੀ ਬੇਟੀ ਨੇ ਕਿਹਾ, ਹੈਲੋ ਉਰਮਿਲਾ ਆਂਟੀ, ਹਾਊਸ ਯੋਰ ਲਵ ਸਟੋਰੀ ਗੋਇੰਗ ਔਨ? ਉਰਮਿਲਾ ਹੱਕੀ ਬੱਕੀ ਰਹਿ ਗਈ। ਆਰ ਯੂ ਮੇਡ? ਉਰਮਿਲਾ ਨੇ ਦਿਨੇਸ਼ ਦੀ ਬੇਟੀ ਦੀ ਤਰਫ ਦੇਖਦੇ ਹੋਏ ਕਿਹਾ। ਉਰਮਿਲਾ ਕਈ ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੀ ਸੀ, ਇਸ ਲਈ ਅਮਰੀਕਨ ਇੰਗਲਿਸ਼ ਠੀਕ ਠਾਕ ਬੋਲ ਲੈਂਦੀ ਸੀ। ਦਿਨੇਸ਼ ਦੀ ਪਤਨੀ ਨੇ ਉਰਮਿਲਾ ਨੂੰ ਘੂਰਦੇ ਹੋਏ ਕਿਹਾ, ਮੇਰੀ ਬੇਟੀ ਠੀਕ ਤਾਂ ਬੋਲ ਰਹੀ ਹੈ। ਤੈਨੂੰ ਨਹੀਂ ਪਤਾ ਕਿ ਤੇਰਾ ਲਵ ਸਟੋਰੀ ਕੈਸਾ ਚੱਲ ਰਿਹਾ ਹੈ ਇਸ ਓਲਡ ਮੈਨ ਦੇ ਨਾਲ? ਉਰਮਿਲਾ ਨੇ ਕੋਲ ਰੱਖੇ ਤੌਲੀਏ ਨਾਲ ਆਪਣੇ ਹੱਥ ਪੂੰਝੇ ਅਤੇ 4 ਕਦਮ ਪਿੱਛੇ ਹਟ ਕੇ ਰੋਣ ਲੱਗ ਪਈ। ਦਿਨੇਸ਼ ਦੇ ਪਿਤਾ ਕੁਰਸੀ ਤੋਂ ਉੱਠੇ ਅਤੇ ਇੱਕ ਜ਼ੋਰਦਾਰ ਥੱਪੜ ਆਪਣੀ ਪੋਤੀ ਦੇ ਗੱਲ ਪਰ ਲਗਾ ਦਿੱਤਾ। ਦਿਨੇਸ਼ ਦੀ ਪਤਨੀ ਨੇ ਜਦ ਦੇਖਿਆ ਕਿ ਉਹ ਦੁਬਾਰਾ ਉਸਦੀ ਬੇਟੀ ਦੀ ਤਰਫ ਹੱਥ ਚੁੱਕਣ ਜਾ ਰਹੇ ਹਨ ਤਾਂ ਉਸਨੇ ਦਿਨੇਸ਼ ਦੇ ਪਿਤਾ ਨੂੰ ਜ਼ੋਰਦਾਰ ਧੱਕਾ ਮਾਰ ਦਿੱਤਾ। ਦਿਨੇਸ਼ ਦੇ ਪਿਤਾ ਕੁਰਸੀ ਨਾਲ ਟਕਰਾਏ। ਧੱਕਾ ਇੰਨੀ ਤੇਜ਼ ਸੀ ਕਿ ਬੁੱਢਾ ਸਰੀਰ ਸਿੱਧੇ ਜ਼ਮੀਨ 'ਤੇ ਗਿਰ ਗਿਆ। ਦਿਨੇਸ਼ ਦੇ ਪਿਤਾ ਦਾ ਸਿਰ ਫਟ ਗਿਆ ਸੀ।
ਮੱਥਾ ਫਟਦੇ ਖੂਨ ਦੀ ਧਾਰ ਸਿਰ ਤੋਂ ਟਪਕ ਕੇ ਗੱਲ ਪਰ ਆ ਗਈ ਸੀ। ਦਿਨੇਸ਼ ਨੇ ਦੌੜ ਕੇ ਆਪਣੇ ਪਿਤਾ ਨੂੰ ਚੁੱਕਿਆ। ਦਿਨੇਸ਼ ਦੀ ਸਾਰੀ ਪਲਾਨਿੰਗ ਚੂਰ-ਚੂਰ ਹੋ ਗਈ ਸੀ। ਦਿਨੇਸ਼ ਦੀ ਪਤਨੀ ਆਪਣੇ ਬੱਚਿਆਂ ਨੂੰ ਲੈ ਕੇ ਉੱਥੇ ਤੋਂ ਜਾ ਚੁੱਕੀ ਸੀ। ਉਰਮਿਲਾ ਨੇ ਜਲਦੀ ਨਾਲ ਫਸਟ ਐਡ ਬਾਕਸ ਅਲਮਾਰੀ ਤੋਂ ਕੱਢਿਆ ਅਤੇ ਰੂੰ ਤੇ ਡੈਟੋਲ ਲਗਾ ਕੇ ਦਿਨੇਸ਼ ਦੇ ਪਿਤਾ ਦੇ ਮੱਥੇ ਪਰ ਲੱਗੀ ਸੱਟ ਪਰ ਚਿਪਕਾ ਦਿੱਤਾ। ਦਿਨੇਸ਼ ਦੇ ਪਿਤਾ ਨੇ ਕੁਰਸੀ ਪਰ ਬੈਠਦੇ ਹੀ ਦਿਨੇਸ਼ ਦੀ ਤਰਫ ਦੇਖਦੇ ਹੋਏ ਕਿਹਾ, ਇਹੀ ਦਿਨ ਦੇਖਣੇ ਨੂੰ ਰਹਿ ਗਿਆ ਸੀ ਕਿ ਨੂੰਹ ਆਪਣੇ ਸਹੁਰੇ ਨੂੰ ਮਾਰੇ। ਦਿਨੇਸ਼, ਲਾਨਤ ਹੈ ਤੇਰੇ ਇਸ ਜੀਵਨ ਪਰ, ਤੇਰੇ ਪੈਸੇ ਪਰ, ਤੇਰੇ ਰਹਿਣ ਸਹਿਣ ਪਰ। ਤੇਰੀ ਪਤਨੀ ਮੈਨੂੰ ਮਾਰਦੀ ਰਹੀ ਅਤੇ ਤੂੰ ਚੁੱਪ ਕਰਕੇ ਦੇਖਦਾ ਰਿਹਾ। ਮੈਂ ਤਾਂ ਸਮਝਿਆ ਸੀ ਤੂੰ ਇੱਕ ਮਰਦ ਹੈ, ਪਰ ਮੈਨੂੰ ਤੇਰੀ ਇਸ ਮਰਦਾਨਗੀ ਪਰ ਸ਼ੱਕ ਹੋ ਰਿਹਾ ਹੈ। ਦਿਨੇਸ਼ ਚੁੱਪ ਰਿਹਾ। ਉਰਮਿਲਾ ਬੋਲੀ, ਉਸ ਵਿੱਚ ਦਿਨੇਸ਼ ਦੀ ਕਿਆ ਗਲਤੀ ਹੈ? ਤੁਸੀਂ ਉਸ ਨੂੰ ਇੰਨੀ ਗੱਲਾਂ ਕਿਉਂ ਸੁਣਾ ਰਹੇ ਹੋ? ਤੁਸੀਂ ਹੀ ਤਾਂ ਉਸਦੀ ਬੇਟੀ ਪਰ ਹੱਥ ਚੁੱਕਿਆ ਅਤੇ ਤੁਸੀਂ ਜਾਣਦੇ ਹੋ ਤੁਸੀਂ ਅਮਰੀਕਾ ਵਿੱਚ ਹੋ। ਇੱਥੇ ਰਿਸ਼ਤੇ ਕਾਗਜ਼ ਦੀ ਕਿਸ਼ਤੀ ਦੀ ਤਰ੍ਹਾਂ ਵਹਿੰਦੇ ਹਨ। ਜਦ ਤੱਕ ਤੁਹਾਡੀ ਨਜ਼ਰਾਂ ਦੇ ਸਾਹਮਣੇ ਕਾਗਜ਼ ਦੀ ਕਿਸ਼ਤੀ ਹੈ, ਉਦੋਂ ਤੱਕ ਤੁਸੀਂ ਉਸਨੂੰ ਦੇਖ ਕੇ ਖੁਸ਼ ਹੁੰਦੇ ਹੋ। ਉਸਦੇ ਗਾਇਬ ਹੁੰਦੇ ਹੀ ਤੁਸੀਂ ਉਸਨੂੰ ਭੁੱਲ ਜਾਂਦੇ ਹੋ। ਤੁਹਾਡੀ ਨੂੰਹ ਇੱਕ ਅਮਰੀਕਨ ਕੁੜੀ ਹੈ। ਉਸਦੇ ਸੰਸਕਾਰ ਭਾਰਤੀਏ ਨਹੀਂ ਹਨ ਅਤੇ ਉਸਦੇ ਬੱਚਿਆਂ ਵਿੱਚ ਵੀ ਵੈਸੀ ਆਦਤਾਂ ਹਨ। ਉਹਨਾਂ ਨੇ ਕਦੀ ਭਾਰਤ ਦੇਖਿਆ ਹੀ ਨਹੀਂ। ਤੁਸੀਂ ਭਾਰਤ ਵਿੱਚ ਨਹੀਂ ਹੋ ਕਿ ਪੋਤਾ ਪੋਤੀ ਤੁਹਾਡੇ ਹੁਕਮ ਨਾਲ ਚੱਲਣਗੇ। ਇਹ ਅਮਰੀਕਾ ਹੈ। ਇੱਥੇ ਬੱਚੇ ਆਪਣੇ ਮਾਂ-ਬਾਪ ਦੀ ਨਹੀਂ ਸੁਣਦੇ ਤਾਂ ਭਲਾ ਤੁਹਾਡੀ ਕਿਆ ਸੁਣਨਗੇ? ਦਿਨੇਸ਼ ਬਹੁਤ ਹੀ ਚੰਗਾ ਮੁੰਡਾ ਹੈ। ਉਹ ਹੁਣੇ 2 ਨਾਵਾਂ ਦੀ ਸਵਾਰੀ ਪਰ ਹੈ। ਉਸਨੂੰ ਆਪਣੇ ਪਿਤਾ ਨੂੰ ਵੀ ਦੇਖਣਾ ਹੈ ਅਤੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਵੀ। ਉਸ ਨੂੰ ਕੋਈ ਐਸੀ ਗੱਲ ਨਾ ਬੋਲੋ ਜਿਸ ਨਾਲ ਉਸਦਾ ਦਿਲ ਦੁਖੀ ਹੋ। ਤੁਹਾਨੂੰ ਉਸਦੇ ਨਾਲ ਇੱਥੇ ਹਮੇਸ਼ਾ ਦੇ ਲਈ ਨਹੀਂ ਰਹਿਣਾ। ਇਹ ਤਾਂ ਤੁਸੀਂ ਤੈਅ ਕਰਕੇ ਹੀ ਆਏ ਹੋ। ਫਿਰ ਕਿਉਂ ਤੁਸੀਂ ਇਸਦੇ ਬੱਚਿਆਂ ਅਤੇ ਉਸਦੀ ਪਤਨੀ ਦੀ ਗੱਲਾਂ ਦਾ ਬੁਰਾ ਮੰਨ ਰਹੇ ਹੋ? ਦਿਨੇਸ਼ ਦੀ ਅੱਖਾਂ ਨਮ ਹੋ ਗਈ ਅਤੇ ਉਹ ਉੱਥੇ ਤੋਂ ਚਲਾ ਗਿਆ। ਦਿਨੇਸ਼ ਪੂਰੀ ਰਾਤ ਪਿਤਾ ਦੀ ਗੱਲਾਂ ਪਰ ਰੋਂਦਾ ਰਿਹਾ। ਉਸਦੀ ਪਤਨੀ ਅਤੇ ਉਸਦੇ ਬੱਚੇ ਇਸ ਗੱਲ ਦੀ ਪਰਵਾਹ ਨਹੀਂ ਕਰ ਰਹੇ ਸੀ ਕਿ ਦਿਨੇਸ਼ ਪਰ ਕਿਆ ਬੀਤ ਰਹੀ ਹੈ। ਉਰਮਿਲਾ ਨੇ ਕਾਫੀ ਸਮਝਾਣੇ ਦੇ ਬਾਅਦ ਵੀ ਦਿਨੇਸ਼ ਦੇ ਪਿਤਾ ਪਰ ਕੋਈ ਅਸਰ ਨਹੀਂ ਹੋਇਆ। ਉਹਨਾਂ ਦੇ ਅੜੀਅਲ ਸੁਭਾਅ ਦੀ ਵਜ੍ਹਾ ਨਾਲ ਉਹਨਾਂ ਦੀ ਅੱਜ ਤੱਕ ਕਿਸੇ ਨਾਲ ਪਟਰੀ ਨਹੀਂ ਖਾਂਦੀ ਸੀ। ਦਿਨੇਸ਼ ਦੀ ਮਾਂ ਹੀ ਸੀ ਜੋ ਉਹਨਾਂ ਨੂੰ ਸਮਝਦੀ ਸੀ, ਨਹੀਂ ਤਾਂ ਹਰ ਕੋਈ ਉਹਨਾਂ ਤੋਂ ਦੂਰ ਹੀ ਰਹਿਣਾ ਚਾਹੁੰਦਾ ਸੀ। ਅੱਜ ਉਰਮਿਲਾ ਨੇ ਸੋਚਿਆ, ਸ਼ਾਇਦ ਕਿਤੇ ਇਹ ਕੜਵਾਹਟ ਮੇਰੀ ਵਜ੍ਹਾ ਨਾਲ ਤਾਂ ਨਹੀਂ ਪਨਪ ਰਹੀ। ਉਰਮਿਲਾ ਨੇ ਦਿਨੇਸ਼ ਦੇ ਪਿਤਾ ਨੂੰ ਕਿਹਾ, ਕੱਲ੍ਹ ਜੋ ਕੁਝ ਵੀ ਹੋਇਆ ਕਿਤੇ ਉਸਦੀ ਵਜ੍ਹਾ ਮੈਂ ਤਾਂ ਨਹੀਂ, ਕਿਉਂਕਿ ਦਿਨੇਸ਼ ਦੀ ਬੇਟੀ ਉਮਰ ਵਿੱਚ ਜ਼ਰੂਰ ਛੋਟੀ ਹੈ, ਪਰ ਉਸਦੇ ਖਿਆਲਾਤ ਕਿਸੇ ਪੌੜ ਮਹਿਲਾ ਜੈਸੇ ਹੀ ਹਨ। ਕੱਲ੍ਹ ਉਸਨੇ ਜੋ ਕੁਝ ਵੀ ਮੇਰੇ ਅਤੇ ਤੁਹਾਡੇ ਬਾਰੇ ਵਿੱਚ ਕਿਹਾ, ਉਹ ਉਸਨੇ ਆਪਣੇ ਹਿਸਾਬ ਨਾਲ ਕਿਹਾ। ਅਸੀਂ ਇਕੱਠੇ ਰਹਿੰਦੇ ਹਾਂ। ਸਾਡੇ ਅਤੇ ਤੁਹਾਡੇ ਵਿੱਚ ਕਿਆ ਰਿਸ਼ਤਾ ਹੈ, ਇਹ ਅਸੀਂ ਹੀ ਜਾਣਦੇ ਹਾਂ। ਅਤੇ ਹਾਂ, ਇੱਥੇ ਦੇ ਲੋਕਾਂ ਨੂੰ ਵੀ ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਕੌਣ ਹਾਂ ਅਤੇ ਕਿਸ ਰਿਸ਼ਤੇ ਦੇ ਨਾਲ ਇੱਕ ਦੂਸਰੇ ਦੇ ਨਾਲ ਰਹਿੰਦੇ ਹਾਂ। ਪਰ ਸਾਡੀ ਭਾਰਤੀ ਸੰਸਕ੍ਰਿਤੀ ਇਸ ਗੱਲ ਨੂੰ ਬਿਲਕੁਲ ਇਜਾਜ਼ਤ ਨਹੀਂ ਦਿੰਦੀ ਅਤੇ ਜਿਸ ਜਗ੍ਹਾ ਅਸੀਂ ਰਹਿੰਦੇ ਹਾਂ ਉੱਥੇ ਜ਼ਿਆਦਾਤਰ ਲੋਕ ਭਾਰਤੀ ਹੀ ਹਨ। ਮੈਂ ਚਾਹੁੰਦੀ ਹਾਂ ਮੇਰੀ ਵਜ੍ਹਾ ਨਾਲ ਤੁਹਾਨੂੰ ਕੋਈ ਕੁਝ ਨਾ ਕਹੇ ਅਤੇ ਨਾਲ ਹੀ ਨਾਲ ਇਹ ਵੀ ਚਾਹੁੰਦੀ ਹਾਂ ਕਿ ਮੈਨੂੰ ਵੀ ਇੱਥੇ ਦਾ ਭਾਰਤੀ ਸਮਾਜ ਤੁਹਾਡੀ ਵਜ੍ਹਾ ਨਾਲ ਬੁਰਾ ਭਲਾ ਨਾ ਕਹੇ। ਇੰਨੀ ਗੱਲ ਕਹਿਣੇ ਵਿੱਚ ਉਰਮਿਲਾ ਦੇ ਦਿਲ ਪਰ ਕਿਆ ਗੁਜ਼ਰੀ ਹੋਗੀ, ਇਹ ਉਹੀ ਜਾਣਦੀ ਹਨ। ਉਹ ਅੱਜ ਤੱਕ ਦਿਨੇਸ਼ ਦੇ ਪਿਤਾ ਵਿੱਚ ਇੱਕ ਭਾਈ ਹੀ ਦੇਖਦੀ ਸੀ। ਦਿਨੇਸ਼ ਦੇ ਪਿਤਾ ਦਾ ਮਨ ਤਾਂ ਬਹੁਤ ਦੁਖੀ ਹੋਇਆ, ਪਰ ਉਹ ਉਰਮਿਲਾ ਦੀ ਗੱਲ ਨਾਲ ਸਹਿਮਤ ਸੀ। ਤੂੰ ਠੀਕ ਕਹਿੰਦੀ ਹੈ ਅਤੇ ਮੈਨੂੰ ਤੇਰਾ ਡਰ ਹੈ
ਕਿ ਮੇਰੀ ਵਜ੍ਹਾ ਨਾਲ ਤੂੰ ਕਿਉਂ ਪਰੇਸ਼ਾਨ ਰਹੇ। ਮੈਂ ਤੇਰਾ ਹਰ ਇਸ਼ਾਰਾ ਸਮਝ ਗਿਆ। ਮੈਂ ਅੱਜ ਹੀ ਤੇਰਾ ਘਰ ਛੱਡ ਕੇ ਚਲਾ ਜਾਊਂਗਾ। ਹੋ ਸਕਦਾ ਹੈ ਮੈਂ ਹੀ ਗਲਤ ਹਾਂ। ਮੇਰੀ ਪਤਨੀ ਹੀ ਮੈਨੂੰ ਜਦ ਤੱਕ ਜਿੰਦਾ ਸੀ ਉਦੋਂ ਤੱਕ ਸਮਝਦੀ ਸੀ। ਬਾਕੀ ਕਿਸੇ ਨੇ ਮੇਰੀ ਭਾਵਨਾਵਾਂ ਨੂੰ ਨਹੀਂ ਸਮਝਿਆ। ਮੈਂ ਖੁਦ ਨੂੰ ਇਮਾਨਦਾਰ ਸਮਝਦਾ ਹਾਂ ਅਤੇ ਸੱਚ ਵੀ ਇਹੀ ਹੈ ਕਿ ਮੈਂ ਇਮਾਨਦਾਰ ਹਾਂ। ਉਰਮਿਲਾ ਰੋ ਪਈ। ਭਾਈ ਤੁਸੀਂ ਕੈਸੀ ਗੱਲ ਕਰ ਰਹੇ ਹੋ? ਮੈਂ ਕਦ ਕਿਹਾ ਕਿ ਤੁਸੀਂ ਇਹ ਘਰ ਛੱਡ ਕੇ ਜਾਓ? ਮੈਂ ਤਾਂ ਇਹੀ ਕਹਿ ਰਹੀ ਹਾਂ, ਇੱਥੇ ਦਾ ਮਾਹੌਲ ਦੇਖਦੇ ਹੋਏ ਆਪਣੇ ਪੁੱਤ ਦੇ ਘਰ ਰਹੋ। ਤੁਸੀਂ ਸਮਝਦਾਰ ਹੋ ਅਤੇ ਸੱਚੇ ਵੀ। ਜੋ ਸਮਝਦਾਰ ਅਤੇ ਸੱਚੇ ਹੁੰਦੇ ਹਨ ਉਹਨਾਂ ਨੂੰ ਸਮਝੌਤਾ ਕਰਨਾ ਵੀ ਆਉਂਦਾ ਹੈ। ਅੱਜ ਨਹੀਂ ਤਾਂ ਕੱਲ੍ਹ ਉਹ ਤੁਹਾਨੂੰ ਚੰਗੇ ਲੱਗਣਗੇ। ਦਿਨੇਸ਼ ਤੁਹਾਡਾ ਆਪਣਾ ਖੂਨ ਹੈ, ਤੁਹਾਡਾ ਇਕਲੌਤਾ ਪੁੱਤ ਹੈ। ਜੇਕਰ ਤੁਸੀਂ ਉਸਨੂੰ ਇਸ ਤਰ੍ਹਾਂ ਨਾਲ ਆਪਣੇ ਤੋਂ ਦੂਰ ਰੱਖੋਗੇ ਤਾਂ ਤੁਹਾਡੀ ਪਤਨੀ ਜੋ ਕਿ ਉੱਪਰ ਵਾਲੇ ਦੇ ਘਰ ਵਿੱਚ ਹੈ, ਉਹ ਕਿਆ ਸੋਚੇਗੀ? ਉਹ ਮਾਂ ਹੈ, ਉਸਦਾ ਕਲੇਜਾ ਹੀ ਛਲਣੀ ਹੋ ਜਾਵੇਗਾ। ਜੇਕਰ ਉਹ ਜਿੰਦਾ ਹੁੰਦੀ ਤਾਂ ਕਿਆ ਉਹ ਆਪਣੇ ਪੁੱਤ ਤੋਂ ਦੂਰ ਰਹਿ ਪਾਉਂਦੀ? ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਦਿਨੇਸ਼ ਨੂੰ ਅਪਣਾ ਲਵੋ। ਉਹ ਬਹੁਤ ਹੀ ਸ਼ਰੀਫ ਅਤੇ ਸਮਝਦਾਰ ਬੱਚਾ ਹੈ। ਦਿਨੇਸ਼ ਦੇ ਪਿਤਾ ਰਾਤ ਭਰ ਜਾਗਦੇ ਰਹੇ। ਆਪਣੇ ਪੁੱਤ ਦੀ ਮਜਬੂਰੀ ਨੂੰ ਵੀ ਉਹ ਭਲੀ ਭਾਂਤੀ ਜਾਣਦੇ ਸੀ। ਉਰਮਿਲਾ ਦੀ ਗੱਲਾਂ ਅਤੇ ਆਪਣੀ ਪੋਤੀ ਦੀ ਗੱਲਾਂ ਦਾ ਤਿੱਖਾਪਣ ਉਹਨਾਂ ਦੇ ਦਿਮਾਗ ਵਿੱਚ ਘੁਸ ਗਿਆ ਸੀ। ਸਵੇਰ ਦੇ 4 ਵਜੇ ਸੀ। ਦਿਨੇਸ਼ ਦੇ ਪਿਤਾ ਨੇ ਆਪਣੇ ਕੱਪੜੇ ਇੱਕ ਬੈਗ ਵਿੱਚ ਰੱਖੇ ਅਤੇ ਉਰਮਿਲਾ ਨੂੰ ਸੌਂਦੀ ਹੋਈ ਛੱਡ ਕੇ ਘਰ ਤੋਂ ਨਿਕਲ ਗਏ। ਬਾਹਰ ਆ ਕੇ ਉਹਨਾਂ ਨੇ ਇੱਕ ਟੈਕਸੀ ਕਰੀ ਅਤੇ ਇੱਕ ਹੋਟਲ ਵਿੱਚ ਜਾ ਕੇ ਰੁਕ ਗਏ। ਰਾਤ ਭਰ ਜਾਗੇ ਸੀ ਤਾਂ ਉਹਨਾਂ ਨੂੰ ਨੀਂਦ ਆ ਗਈ। ਸਵੇਰੇ ਜਦ ਉਰਮਿਲਾ ਸੌਂ ਕੇ ਉੱਠੀ ਤਾਂ ਦਿਨੇਸ਼ ਦੇ ਪਿਤਾ ਘਰ ਵਿੱਚ ਨਹੀਂ ਸੀ। ਉਰਮਿਲਾ ਨੇ ਸੋਚਿਆ ਸ਼ਾਇਦ ਉਹ ਮਾਰਨਿੰਗ ਵਾਕ ਪਰ ਗਏ ਹੋਣਗੇ। 9 ਵਜੇ ਤੱਕ ਜਦ ਉਹ ਨਹੀਂ ਮੁੜੇ ਤਾਂ ਉਰਮਿਲਾ ਉਹਨਾਂ ਦੇ ਕਮਰੇ ਵਿੱਚ ਗਈ। ਦਿਨੇਸ਼ ਦੇ ਪਿਤਾ ਦਾ ਬੈਗ ਉੱਥੇ ਨਹੀਂ ਸੀ ਅਤੇ ਨਾ ਹੀ ਉਹਨਾਂ ਦਾ ਕੁਝ ਸਮਾਨ। ਉਰਮਿਲਾ ਘਬਰਾ ਗਈ। ਉਸਨੇ ਦਿਨੇਸ਼ ਨੂੰ ਫੋਨ ਕੀਤਾ ਕਿ ਤੇਰੇ ਪਿਤਾ ਜੀ ਪਤਾ ਨਹੀਂ ਕਿੱਥੇ ਨਿਕਲ ਗਏ, ਉਹਨਾਂ ਦਾ ਕੋਈ ਪਤਾ ਨਹੀਂ ਹੈ। ਦਿਨੇਸ਼ ਨੇ ਜਦ ਇਹ ਗੱਲ ਸੁਣੀ ਤਾਂ ਤੁਰੰਤ ਉਰਮਿਲਾ ਦੇ ਘਰ ਦੀ ਤਰਫ ਆ ਗਿਆ। ਉਸਦੀ ਪਤਨੀ ਅਤੇ ਬੱਚੇ ਹੁਣੇ ਤੱਕ ਸੌ ਹੀ ਰਹੇ ਸੀ। ਆਂਟੀ ਜਦ ਪਾਪਾ ਜੀ ਗਏ ਤਾਂ ਤੁਸੀਂ ਕਿੱਥੇ ਸੀ ਅਤੇ ਉਹ ਕਿੰਨੇ ਵਜੇ ਗਏ ਹਨ? ਦਿਨੇਸ਼ ਨੇ ਇੱਕ ਹੀ ਨਾਲ ਕਈ ਸਵਾਲ ਉਰਮਿਲਾ ਨੂੰ ਕਰ ਦਿੱਤੇ। ਉਰਮਿਲਾ ਨੇ ਦੱਸਿਆ ਮੈਂ ਤਾਂ ਸੌ ਰਹੀ ਸੀ। ਬਾਅਦ ਵਿੱਚ ਮੈਂ ਸੋਚਿਆ ਉਹ ਮਾਰਨਿੰਗ ਵਾਕ ਪਰ ਗਏ ਹੋਣਗੇ, ਹੁਣੇ ਮੁੜ ਆਉਣਗੇ। ਪਰ 9 ਵਜੇ ਤੱਕ ਜਦ ਉਹ ਨਹੀਂ ਮੁੜੇ ਤਾਂ ਮੈਂ ਤੈਨੂੰ ਫੋਨ ਕੀਤਾ। ਦਿਨੇਸ਼ ਮੈਨੂੰ ਬਹੁਤ ਘਬਰਾਹਟ ਹੋ ਰਹੀ ਹੈ। ਨਾ ਜਾਣੇ ਭਾਈ ਕਿੱਥੇ ਗਏ ਹੋਣਗੇ। ਕਿਤੇ ਐਸਾ ਤਾਂ ਨਹੀਂ ਕਿ ਉਹ ਇੰਡੀਆ ਵਾਪਸ ਚਲੇ ਗਏ ਹੋਣ। ਦਿਨੇਸ਼ ਨੇ ਕਿਹਾ ਆਂਟੀ ਤੁਸੀਂ ਪਰੇਸ਼ਾਨ ਨਾ ਹੋਵੋ, ਮੈਂ ਹੁਣੇ ਪੁਲਿਸ ਨੂੰ ਫੋਨ ਕਰਦਾ ਹਾਂ। ਉਹਨਾਂ ਨੂੰ ਇੱਥੇ ਦੇ ਬਾਰੇ ਵਿੱਚ ਕੁਝ ਵੀ ਤਾਂ ਪਤਾ ਨਹੀਂ ਹੈ। ਆਂਟੀ ਇਹ ਸਭ ਮੇਰੀ ਵਜ੍ਹਾ ਨਾਲ ਹੀ ਹੋਇਆ ਹੈ। ਮੈਂ ਆਪਣੇ ਪਿਤਾ ਦੀ ਵੀ ਦੇਖਭਾਲ ਨਹੀਂ ਕਰ ਪਾ ਰਿਹਾ ਹਾਂ। ਦਿਨੇਸ਼ ਨੇ ਪੁਲਿਸ ਨੂੰ ਫੋਨ ਕੀਤਾ ਅਤੇ ਪਿਤਾ ਦੀ ਗੁੰਮਸ਼ੁਦਾ ਦੀ ਰਿਪੋਰਟ ਲਿਖਾ ਦਿੱਤੀ। ਸ਼ਾਮ ਦੇ 4 ਵਜੇ ਪੁਲਿਸ ਦਿਨੇਸ਼ ਦੇ ਪਿਤਾ ਨੂੰ ਲੈ ਕੇ ਦਿਨੇਸ਼ ਦੇ ਘਰ ਪਹੁੰਚੀ ਤਾਂ ਪੂਰਾ ਪਰਿਵਾਰ ਹੱਕਾ ਬੱਕਾ ਰਹਿ ਗਿਆ। ਦਿਨੇਸ਼ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਮੇਰੇ ਪੁੱਤ ਦੀ ਪਤਨੀ ਅਤੇ ਉਸਦੀ ਬੇਟੀ ਨੇ ਮੈਨੂੰ ਮਾਰਿਆ ਸੀ। ਇਸ ਲਈ ਮੈਂ ਬਿਨਾਂ ਦੱਸੇ ਹੀ ਘਰ ਤੋਂ ਨਿਕਲ ਕੇ ਇੱਕ ਹੋਟਲ ਵਿੱਚ ਰੁਕ ਗਿਆ। ਮੈਂ ਤਾਂ ਅੱਜ ਰਾਤ ਨੂੰ ਇੰਡੀਆ ਵੀ ਚਲਾ ਜਾਂਦਾ ਜੇਕਰ ਪੁਲਿਸ ਨਾ ਪਹੁੰਚ ਜਾਂਦੀ। ਪੁਲਿਸ ਨੇ ਦਿਨੇਸ਼ ਦੀ ਪਤਨੀ ਤੋਂ ਪੁੱਛਤਾਛ ਕੀਤੀ ਤਾਂ ਉਹ ਸਾਫ਼ ਮੁੱਕਰ ਗਈ ਕਿ ਉਸਨੇ ਆਪਣੇ ਸਹੁਰੇ ਨੂੰ ਨਹੀਂ ਮਾਰਿਆ ਹੈ। ਉਰਮਿਲਾ ਵੀ ਉੱਥੇ ਖੜੀ ਸੀ। ਦਿਨੇਸ਼ ਦੇ ਪਿਤਾ ਨੇ ਆਪਣੇ ਪੁੱਤ ਨੂੰ ਹੀ ਕਿਹਾ ਤੂੰ ਦੱਸ ਤੇਰੀ ਵਾਈਫ ਨੇ ਮੈਨੂੰ ਧੱਕਾ ਦਿੱਤਾ ਸੀ ਜਾਂ ਨਹੀਂ? ਮੇਰੇ ਸਿਰ ਪਰ ਜੋ ਸੱਟ ਲੱਗੀ ਹੈ ਉਹ ਕਿਵੇਂ ਲੱਗੀ? ਦਿਨੇਸ਼ ਕਦੀ ਆਪਣੀ ਪਤਨੀ ਦੀ ਤਰਫ ਦੇਖਦਾ ਤਾਂ ਕਦੀ ਆਪਣੇ ਪਿਤਾ ਦੀ ਤਰਫ,
ਪਰ ਉਸਦੀ ਜ਼ੁਬਾਨ ਪਰ ਜਿਵੇਂ ਕਿਸੇ ਨੇ ਤਾਲਾ ਲਗਾ ਦਿੱਤਾ ਹੋ। ਦਿਨੇਸ਼ ਦੀ ਬੇਟੀ ਅੱਗੇ ਆ ਕੇ ਬੋਲੀ, ਯੈਸ, ਮੇਰੀ ਮੋਮ ਨੇ ਦਾਦੂ ਨੂੰ ਧੱਕਾ ਦਿੱਤਾ ਸੀ ਕਿਉਂਕਿ ਉਹ ਮੇਰੇ ਨਾਲ ਛੇੜਖਾਨੀ ਕਰ ਰਹੇ ਸੀ। ਦਿਨੇਸ਼ ਦੀ ਬੇਟੀ ਦਾ ਇੰਨਾ ਘਟੀਆ ਬਿਆਨ ਸੁਣ ਕੇ ਦਿਨੇਸ਼ ਨੇ ਉਸਦੀ ਤਰਫ ਹੱਥ ਚੁੱਕ ਦਿੱਤਾ। ਪੁਲਿਸ ਨੇ ਦਿਨੇਸ਼ ਦਾ ਹੱਥ ਫੜ ਲਿਆ। ਉਰਮਿਲਾ ਦੀ ਅੱਖਾਂ ਵਿੱਚ ਹੰਝੂ ਸੀ। ਦਿਨੇਸ਼ ਦੀ ਬੇਟੀ ਨੇ ਪੁਲਿਸ ਨੂੰ ਕਿਹਾ, ਮੇਰਾ ਦਾਦੂ ਅਤੇ ਹੀ ਸਾਡੇ ਘਰ ਦੀ ਮੇਡ ਦੇ ਵਿੱਚ ਅਫੇਅਰ ਚੱਲ ਰਿਹਾ ਹੈ। ਮੋਮ ਨੂੰ ਇਹ ਸਭ ਠੀਕ ਨਹੀਂ ਲੱਗਾ ਤਾਂ ਦਾਦੂ ਨੂੰ ਬੋਲਿਆ ਕਿ ਤੁਸੀਂ ਇੱਧਰ ਤੋਂ ਨਿਕਲ ਜਾਓ। ਦਾਦੂ ਮੇਡ ਦੇ ਘਰ ਰਹਿਣ ਲੱਗਾ। ਬਸ ਇੰਨੀ ਜਿਹੀ ਗੱਲ ਹੈ। ਜੇਕਰ ਮੈਂ ਜਾਂ ਮੇਰੀ ਮੋਮ ਕਿਤੇ ਤੋਂ ਵੀ ਰਾਗ ਹੈ ਤਾਂ ਸਾਨੂੰ ਅਰੈਸਟ ਕਰ ਲਵੋ, ਨਹੀਂ ਤਾਂ ਇਸ ਦਾਦੂ ਅਤੇ ਮੇਡ ਨੂੰ ਅਰੈਸਟ ਕਰੋ। ਜੇਕਰ ਇਹ ਦਾਦੂ ਮੇਰੇ ਘਰ ਵਿੱਚ ਰਹੇਗਾ ਤਾਂ ਮੈਨੂੰ ਡਰ ਹੈ ਕਿ ਦਾਦੂ ਫਿਰ ਤੋਂ ਮੇਰੇ ਨਾਲ ਛੇੜਖਾਨੀ ਕਰੇਗਾ। ਰਿਕੁਐਸਟ ਯੂ ਪਲੀਜ਼ ਅਰੈਸਟ ਹਿਮ। ਜਿੰਨੇ ਵੀ ਲੋਕ ਉੱਥੇ ਖੜੇ ਸੀ ਸਾਰੇ ਦੇ ਸਾਰੇ ਹੈਰਾਨ ਹੋ ਗਏ। ਪੁਲਿਸ ਨੇ ਦਿਨੇਸ਼ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਅਤੇ ਉੱਥੇ ਤੋਂ ਲੈ ਗਈ। ਦਿਨੇਸ਼ ਕੁਝ ਵੀ ਨਾ ਕਰ ਸਕਿਆ। ਉਰਮਿਲਾ ਨੇ ਦਿਨੇਸ਼ ਅਤੇ ਉਸਦੇ ਪਰਿਵਾਰ ਦੀ ਤਰਫ ਦੇਖਦੇ ਹੋਏ ਕਿਹਾ, ਲਾਨਤ ਹੈ ਦਿਨੇਸ਼ ਤੇਰੇ ਪਰ ਅਤੇ ਤੇਰੀ ਫੈਮਿਲੀ ਪਰ। ਇੱਕ ਪਿਤਾ ਕੁਝ ਦਿਨ ਦੇ ਲਈ ਆਪਣੇ ਪੁੱਤ ਅਤੇ ਉਸਦੇ ਪਰਿਵਾਰ ਨਾਲ ਮਿਲਣ ਆਇਆ ਅਤੇ ਤੁਸੀਂ ਲੋਕਾਂ ਨੇ ਉਸ ਪਰ ਝੂਠੇ ਇਲਜ਼ਾਮ ਲਗਾ ਦਿੱਤੇ। ਸ਼ਰਮ ਨਹੀਂ ਆਉਂਦੀ ਤੁਸੀਂ ਲੋਕਾਂ ਨੂੰ। ਦਿਨੇਸ਼ ਡੁੱਬ ਮਰ ਤੂੰ ਚੁੱਲ੍ਹੂ ਭਰ ਪਾਣੀ ਵਿੱਚ। ਲਾਹਨਤ ਹੈ ਐਸੀ ਘਟੀਆ ਔਲਾਦ ਪਰ। ਦਿਨੇਸ਼ ਦੀ ਬੇਟੀ ਉਰਮਿਲਾ ਨੂੰ ਦੇਖ ਕੇ ਹੱਸ ਰਹੀ ਸੀ। ਇਹ ਹੀ ਓਲਡ ਲੇਡੀ ਤੈਨੂੰ ਵੀ ਤੇਰੇ ਆਸ਼ਿਕ ਦੇ ਨਾਲ ਜੇਲ੍ਹ ਵਿੱਚ ਜਾਣੇ ਦਾ ਹੈ ਤਾਂ ਬੋਲ, ਤੈਨੂੰ ਵੀ ਉਸਦੇ ਨਾਲ ਭੇਜਣੇ ਦਾ ਇੰਤਜ਼ਾਮ ਕਰਦੀ ਹਾਂ ਮੈਂ। ਦਿਨੇਸ਼ ਨੇ ਉਰਮਿਲਾ ਦੇ ਪੈਰ ਫੜ ਲਏ ਅਤੇ ਰੋਣ ਲੱਗਾ। ਆਂਟੀ ਮੈਨੂੰ ਮਾਫ਼ ਕਰ ਦਿਓ। ਉਰਮਿਲਾ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਬਿਨਾਂ ਕੁਝ ਬੋਲੇ ਹੀ ਵਾਪਿਸ ਆਪਣੇ ਘਰ ਦੀ ਤਰਫ ਆਉਣ ਲੱਗੀ। ਦਿਨੇਸ਼ ਨੇ ਉਰਮਿਲਾ ਦੇ ਦੋਵੇਂ ਮੋਢੇ ਫੜੇ ਅਤੇ ਉਰਮਿਲਾ ਦੇ ਨਾਲ ਚੱਲਣ ਲੱਗਾ। ਦਿਨੇਸ਼ ਨੇ ਆਪਣੀ ਪਤਨੀ ਅਤੇ ਬੱਚਿਆਂ ਦੀ ਤਰਫ ਦੇਖਦੇ ਹੋਏ ਕਿਹਾ, ਹੋ ਗਈ ਤੁਸੀਂ ਲੋਕਾਂ ਨੂੰ ਤਸੱਲੀ। ਹੁਣ ਰਹੋ ਤੁਸੀਂ ਲੋਕ, ਮੈਂ ਵੀ ਚੱਲਾ ਇੱਥੇ ਤੋਂ। ਕਦੀ ਮੁੜ ਕੇ ਨਹੀਂ ਆਊਂਗਾ। ਜਦ ਤੱਕ ਮੇਰਾ ਪਿਤਾ ਨਹੀਂ ਆਏਗਾ, ਜਦ ਤੱਕ ਮੈਂ ਤੁਸੀਂ ਲੋਕਾਂ ਨੂੰ ਆਪਣੀ ਸ਼ਕਲ ਤੱਕ ਨਹੀਂ ਦਿਖਾਊਂਗਾ। ਗੈਟ ਲੋਸਟ, ਦਿਨੇਸ਼ ਦੀ ਪਤਨੀ ਨੇ ਦਿਨੇਸ਼ ਨੂੰ ਕਿਹਾ ਅਤੇ ਆਪਣੇ ਦੋਵੇਂ ਬੱਚਿਆਂ ਨੂੰ ਲੈ ਕੇ ਅੰਦਰ ਚਲੀ ਗਈ। ਦਿਨੇਸ਼ ਉਰਮਿਲਾ ਦੇ ਘਰ ਆ ਗਿਆ। ਆਂਟੀ ਮੈਨੂੰ ਮਾਫ਼ ਕਰ ਦਿਓ। ਤੁਸੀਂ ਤਾਂ ਸਭ ਜਾਣਦੀ ਹੋ ਕਿ ਮੇਰੀ ਫੈਮਿਲੀ ਕਿੰਨੀ ਬੁਰੀ ਹੈ। ਬੱਚੇ ਵੀ ਆਪਣੀ ਮਾਂ ਦੇ ਹੀ ਬਣ ਕੇ ਰਹਿ ਗਏ ਹਨ। ਮੈਨੂੰ ਆਪਣਾ ਪੁੱਤ ਸਮਝੋ। ਮੈਂ ਪਾਪਾ ਨੂੰ ਛੁਡਾ ਕੇ ਲਿਆਉਂਦਾ ਹਾਂ। ਹੁਣ ਮੈਂ ਤੁਸੀਂ ਦੋਨਾਂ ਦੇ ਨਾਲ ਹੀ ਰਹੂੰਗਾ। ਪਾਪਾ ਕਹਿਣਗੇ ਤਾਂ ਮੈਂ ਇੰਡੀਆ ਹੀ ਉਹਨਾਂ ਦੇ ਨਾਲ ਚਲਾ ਜਾਊਂਗਾ। ਛੱਡ ਦੂੰਗਾ ਹਮੇਸ਼ਾ ਦੇ ਲਈ ਆਪਣੀ ਫੈਮਿਲੀ ਨੂੰ। ਉਰਮਿਲਾ ਨੇ ਆਪਣੀ ਸਾੜੀ ਦੇ ਪੱਲੂ ਨਾਲ ਆਪਣੀ ਭਿੱਜੀ ਹੋਈ ਅੱਖਾਂ ਸਾਫ਼ ਕਰੀ। ਦਿਨੇਸ਼ ਤੁਰੰਤ ਪੁਲਿਸ ਸਟੇਸ਼ਨ ਦੀ ਤਰਫ ਚਲਾ ਗਿਆ। ਦਿਨੇਸ਼ ਪੁਲਿਸ ਸਟੇਸ਼ਨ ਜਦ ਪਹੁੰਚਿਆ ਤਾਂ ਉਸਦੇ ਪਿਤਾ ਲਾਕਅਪ ਵਿੱਚ ਸੀ। ਦਿਨੇਸ਼ ਨੇ ਉਹਨਾਂ ਦੀ ਜ਼ਮਾਨਤ ਕਰਵਾਈ ਅਤੇ ਉਹਨਾਂ ਨੂੰ ਲੈ ਕੇ ਉਰਮਿਲਾ ਦੇ ਘਰ ਆ ਗਿਆ। ਦਿਨੇਸ਼ ਦੇ ਪਿਤਾ ਨੇ ਉਹਨਾਂ ਨੂੰ ਕਿਹਾ, ਹੁਣ ਮੈਂ ਇੱਥੇ ਨਹੀਂ ਰਹੂੰਗਾ। ਮੇਰੀ ਵਜ੍ਹਾ ਨਾਲ ਤੈਨੂੰ ਅਤੇ ਦਿਨੇਸ਼ ਨੂੰ ਜੋ ਤਕਲੀਫ ਹੋਈ ਹੈ ਉਸਦੇ ਲਈ ਮੈਂ ਤੁਸੀਂ ਦੋਨਾਂ ਤੋਂ ਮਾਫ਼ੀ ਚਾਹੁੰਦਾ ਹਾਂ। ਪੂਰੀ ਜ਼ਿੰਦਗੀ ਮੇਰੀ ਨਿਕਲ ਗਈ। ਇਸਦੀ ਮਾਂ ਜਿੰਦਾ ਸੀ ਤਾਂ ਹਮੇਸ਼ਾ ਇਹੀ ਕਹਿੰਦੀ ਸੀ, ਸਾਡਾ ਇਕਲੌਤਾ ਪੁੱਤ ਹੈ। ਤੁਸੀਂ ਰਿਟਾਇਰ ਹੋ ਜਾਓਗੇ ਤਾਂ ਅਸੀਂ ਦੋਨੋਂ ਪੁੱਤ ਦੇ ਨਾਲ ਹੀ ਰਹਾਂਗੇ। ਘਰ ਦੀ ਛੱਤ ਦੀ ਤਰਫ ਦੇਖਦੇ ਹੋਏ ਕਿਹਾ, ਤੂੰ ਦੇਖ ਰਹੀ ਹੈ ਨਾ ਅਮਰੀਕਾ ਵਿੱਚ ਰਹਿਣੇ ਦਾ ਸੁੱਖ। ਜੋ ਕੰਮ ਪੂਰੀ ਜ਼ਿੰਦਗੀ ਵਿੱਚ ਨਹੀਂ ਹੋਇਆ ਉਹ ਅਮਰੀਕਾ ਵਿੱਚ ਆ ਕੇ ਹੋ ਗਿਆ। ਬਸ ਇਹੀ ਕਸਰ ਬਾਕੀ ਸੀ ਕਿ ਮੈਂ ਪੁਲਿਸ ਥਾਣਾ ਕਰਾਂ ਅਤੇ ਲਾਕਅਪ ਵਿੱਚ ਬੰਦ ਰਹਾਂ। ਅੱਜ ਤੇਰੇ ਪੁੱਤ ਨੇ ਉਹ ਵੀ ਪੂਰੀ ਕਰਾ ਦਿੱਤੀ। ਇੱਥੇ ਆ ਕੇ ਇੱਕ ਭੈਣ ਮਿਲੀ, ਉਹ ਵੀ ਆਪਣੀ ਬਦਨਾਮੀ ਦੇ ਡਰ ਨਾਲ ਮੈਨੂੰ ਆਪਣੇ ਇੱਥੇ ਨਹੀਂ ਰੱਖ ਸਕਦੀ। ਉਰਮਿਲਾ ਨੇ ਦਿਨੇਸ਼ ਦੇ ਪਿਤਾ ਨੂੰ ਕਿਹਾ,
ਤੁਸੀਂ ਐਸੀ ਗੱਲ ਭਲਾ ਕਿਉਂ ਕਰ ਰਹੇ ਹੋ? ਮੈਂ ਤਾਂ ਬਸ ਇੰਨਾ ਹੀ ਚਾਹੁੰਦੀ ਸੀ ਕਿ ਤੁਸੀਂ ਦਿਨੇਸ਼ ਦੇ ਨਾਲ ਰਹੋ। ਜੇਕਰ ਤੁਸੀਂ ਮੇਰੇ ਬਾਰੇ ਵਿੱਚ ਗਲਤ ਸੋਚ ਰਹੇ ਹੋ ਤਾਂ ਮੈਂ ਅੱਜ ਹੀ ਤੁਹਾਡੇ ਨਾਲ ਇੰਡੀਆ ਚੱਲਣੇ ਦੇ ਲਈ ਤਿਆਰ ਹਾਂ। ਦਿਨੇਸ਼ ਦਾ ਘਰ ਨਾ ਟੁੱਟੇ, ਮੈਂ ਤਾਂ ਬਸ ਇੰਨਾ ਹੀ ਚਾਹੁੰਦੀ ਹਾਂ। ਤੁਸੀਂ ਦੇਖੋ ਨਾ ਦਿਨੇਸ਼ ਕਿੰਨਾ ਪਰੇਸ਼ਾਨ ਹੈ। ਕਮੀ ਦਿਨੇਸ਼ ਵਿੱਚ ਨਹੀਂ ਹੈ, ਬਲਕਿ ਇੱਥੇ ਦੇ ਕਲਚਰ ਵਿੱਚ ਹੈ। ਮੈਂ ਇਸ ਦੇ ਪਰਿਵਾਰ ਨੂੰ ਵੀ ਕੋਈ ਦੋਸ਼ ਨਹੀਂ ਦੇ ਰਹੀ। ਗੱਲ ਇਸ ਦੀ ਪਤਨੀ ਦੀ ਤਾਂ ਉਹ ਇੱਕ ਅਮਰੀਕਨ ਔਰਤ ਹੈ। ਜਿਵੇਂ ਉਸ ਦੀ ਪਰਵਰਿਸ਼ ਹੋਈ ਹੈ ਉਵੇਂ ਹੀ ਉਹ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਰਹੀ ਹੈ। ਦੇਖਿਆ ਜਾਵੇ ਤਾਂ ਦੋਸ਼ ਕਿਸੇ ਦਾ ਨਹੀਂ ਹੈ, ਪਰ ਫਿਰ ਵੀ ਇਸ ਦਾ ਪਰਿਵਾਰ ਬਿਖਰ ਗਿਆ ਹੈ। ਤੁਸੀਂ ਚਾਹੁੰਦੇ ਹੋ ਕਿ ਦਿਨੇਸ਼ ਇਸ ਸਭ ਡਰਾਮੇ ਦੀ ਵਜ੍ਹਾ ਨਾਲ ਆਪਣੇ ਪਰਿਵਾਰ ਨੂੰ ਛੱਡ ਦੇ। ਦਿਨੇਸ਼ ਚੁੱਪਚਾਪ ਖੜਾ ਰਿਹਾ। ਦਿਨੇਸ਼ ਦੇ ਪਿਤਾ ਬੋਲੇ, ਫਿਲਹਾਲ ਭਾਰਤ ਵਿੱਚ ਜਾਊਂਗਾ, ਕਿਉਂਕਿ ਇਸ ਬੁਢਾਪੇ ਵਿੱਚ ਮੇਰੀ ਪੋਤੀ ਮੇਰੇ ਪਰ ਹੀ ਗਲਤ ਇਲਜ਼ਾਮ ਲਗਾਏ। ਇਹ ਮੇਰੇ ਲਈ ਡੁੱਬ ਮਰਨੇ ਦੀ ਗੱਲ ਹੈ। ਪਾਪਾ ਤੁਸੀਂ ਪਰੇਸ਼ਾਨ ਨਾ ਹੋਵੋ, ਤੁਹਾਡਾ ਕਹਿਣਾ ਬਿਲਕੁਲ ਠੀਕ ਹੈ। ਮੈਂ ਵੀ ਤੁਹਾਨੂੰ ਉਸ ਘਰ ਵਿੱਚ ਲੈ ਜਾਣਾ ਨਹੀਂ ਚਾਹੁੰਦਾ। ਜੇਕਰ ਤੁਹਾਡਾ ਫੈਸਲਾ ਹੈ ਕਿ ਤੁਸੀਂ ਵਾਪਿਸ ਇੰਡੀਆ ਜਾਓਗੇ ਤਾਂ ਮੈਂ ਤੁਹਾਡੇ ਨਾਲ ਹੀ ਚੱਲੂੰਗਾ। ਇਸ ਫੈਸਲੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ, ਪਰ ਮੈਂ ਵੀ ਹੁਣ ਇੱਥੇ ਨਹੀਂ ਰਹੂੰਗਾ। ਮੈਂ ਵੀ ਹੁਣ ਤੁਹਾਡੇ ਨਾਲ ਹੀ ਇੰਡੀਆ ਚੱਲਣਾ ਚਾਹੁੰਦਾ ਹਾਂ। ਮੈਂ ਅੱਜ ਹੀ ਤਲਾਕ ਦੇ ਪੇਪਰ ਰੈਡੀ ਕਰਦਾ ਹਾਂ ਅਤੇ ਉਸ ਦੇ ਬਾਅਦ ਮੈਂ ਵੀ ਇੱਥੇ ਨਹੀਂ ਰੁਕੂੰਗਾ। ਮੇਰੇ ਲਈ ਤੁਹਾਡੇ ਤੋਂ ਵੱਧ ਕੇ ਮੇਰਾ ਪਰਿਵਾਰ ਨਹੀਂ ਹੈ। ਮੇਰਾ ਪਰਿਵਾਰ ਤਾਂ ਤੁਸੀਂ ਹੋ। ਹੁਣੇ ਇਹ ਸਭ ਗੱਲ ਚੱਲ ਹੀ ਰਹੀ ਸੀ ਕਿ ਅਚਾਨਕ ਦਿਨੇਸ਼ ਦੀ ਬੇਟੀ ਦਾ ਫੋਨ ਆ ਗਿਆ ਕਿ ਮੰਮੀ ਸਲਿੱਪ ਕਰ ਗਈ ਹੈ, ਤੁਸੀਂ ਜਲਦੀ ਨਾਲ ਘਰ ਆ ਜਾਓ। ਮੰਮੀ ਨੂੰ ਬਹੁਤ ਬਲੀਡਿੰਗ ਹੋ ਗਈ ਹੈ। ਹੈਡ ਇੰਜਰੀ ਦੀ ਵਜ੍ਹਾ ਨਾਲ ਬਹੁਤ ਬਲੱਡ ਨਿਕਲ ਗਿਆ ਹੈ। ਮੈਂ ਐਂਬੂਲੈਂਸ ਨੂੰ ਕਾਲ ਕਰ ਦਿੱਤੀ ਹੈ। ਤੁਸੀਂ ਜਲਦੀ ਨਾਲ ਘਰ ਆਓ। ਪਾਪਾ ਤੁਸੀਂ ਜਲਦੀ ਆ ਜਾਓ। ਇੰਨਾ ਕਹਿਣੇ ਦੇ ਬਾਅਦ ਉਹ ਤੇਜ਼ ਰੋਣ ਲੱਗੀ। ਆਪਣੀ ਬੇਟੀ ਦੀ ਗੱਲ ਸੁਣ ਉਹ ਘਬਰਾ ਗਿਆ ਅਤੇ ਆਪਣੇ ਪਿਤਾ ਨੂੰ ਕਿਹਾ, ਮੇਰੀ ਵਾਈਫ ਨੂੰ ਬਹੁਤ ਸੱਟ ਲੱਗੀ ਹੈ। ਉਰਮਿਲਾ ਨੇ ਕਿਹਾ, ਖੜਾ ਖੜਾ ਮੂੰਹ ਕਿਆ ਦੇਖ ਰਿਹਾ ਹੈ? ਜਲਦੀ ਤੋਂ ਘਰ ਚੱਲ, ਮੈਂ ਵੀ ਤੇਰੇ ਨਾਲ ਚੱਲਦੀ ਹਾਂ। ਦਿਨੇਸ਼ ਦੇ ਪਿਤਾ ਨੂੰ ਵੀ ਇਹ ਸੁਣ ਕੇ ਚੰਗਾ ਨਹੀਂ ਲੱਗਾ ਅਤੇ ਉਹ ਵੀ ਦਿਨੇਸ਼ ਦੇ ਨਾਲ ਚੱਲ ਪਏ। ਦਿਨੇਸ਼ ਦੀ ਪਤਨੀ ਐਂਬੂਲੈਂਸ ਤੋਂ ਹਸਪੀਟਲ ਜਾ ਚੁੱਕੀ ਸੀ। ਦਿਨੇਸ਼, ਉਰਮਿਲਾ ਅਤੇ ਦਿਨੇਸ਼ ਦੇ ਪਿਤਾ ਸਿੱਧੇ ਹਸਪਤਾਲ ਹੀ ਪਹੁੰਚ ਗਏ। ਦਿਨੇਸ਼ ਦੀ ਬੇਟੀ ਨੇ ਦੌੜ ਕੇ ਆਪਣੇ ਪਿਤਾ ਨੂੰ ਫੜ ਲਿਆ ਅਤੇ ਫੁੱਟ ਕੇ ਰੋਣ ਲੱਗੀ। ਦਿਨੇਸ਼ ਨੇ ਉਸ ਨੂੰ ਆਪਣੇ ਤੋਂ ਅਲੱਗ ਕਰ ਦਿੱਤਾ ਅਤੇ ਡਾਕਟਰ ਨਾਲ ਗੱਲ ਕਰਨ ਲੱਗਾ। ਇਸ ਸਮੇਂ ਦਿਨੇਸ਼ ਦੀ ਪਤਨੀ ICU ਵਿੱਚ ਸੀ। ਡਾਕਟਰਾਂ ਨੇ ਦੱਸਿਆ ਕਿ ਉਸ ਦਾ ਸਿਰ ਫਟ ਚੁੱਕਾ ਹੈ ਅਤੇ ਕਾਫੀ ਖੂਨ ਵਹਿ ਗਿਆ ਹੈ। ਡਾਕਟਰ ਉਸ ਦੇ ਆਪਰੇਸ਼ਨ ਦੀ ਤਿਆਰੀ ਕਰ ਰਹੇ ਸੀ। ਉਰਮਿਲਾ ਅਤੇ ਦਿਨੇਸ਼ ਦੇ ਪਿਤਾ ਅੱਖ ਬੰਦ ਕਰਕੇ ਪ੍ਰਾਰਥਨਾ ਕਰ ਰਹੇ ਸੀ। ਦਿਨੇਸ਼ ਦੀ ਬੇਟੀ ਨੇ ਆਪਣੇ ਦਾਦਾ ਦੀ ਤਰਫ ਦੇਖਿਆ ਤਾਂ ਉਹ ਨਿਸ਼ਚਲ ਚੁੱਪ ਹੋ ਗਈ। ਉਹ ਲਗਾਤਾਰ ਆਪਣੇ ਦਾਦਾ ਨੂੰ ਹੀ ਦੇਖ ਰਹੀ ਸੀ ਕਿ ਉਹ ਭਗਵਾਨ ਨੂੰ ਪ੍ਰਾਰਥਨਾ ਕਰ ਰਹੇ ਹਨ। ਉਸ ਦੀ ਅੱਖਾਂ ਵਿੱਚ ਹੰਝੂ ਸੀ। ਉਹ ਮਨ ਹੀ ਮਨ ਬਹੁਤ ਪਛਤਾ ਰਹੀ ਸੀ ਕਿ ਮੈਂ ਇਹਨਾਂ ਦੇ ਨਾਲ ਚੰਗਾ ਨਹੀਂ ਕੀਤਾ, ਪਰ ਉਹ ਆਪਣੀ ਗੱਲ ਉਹਨਾਂ ਨੂੰ ਕਹਿ ਨਹੀਂ ਪਾਈ। ਉਹ ਉਹਨਾਂ ਦੇ ਕੋਲ ਕੁਰਸੀ ਪਰ ਬੈਠ ਗਈ ਅਤੇ ਆਪਣੀ ਮੰਮੀ ਦੇ ਲਈ ਭਗਵਾਨ ਨੂੰ ਪ੍ਰਾਰਥਨਾ ਕਰਨ ਲੱਗੀ। ਦਿਨੇਸ਼ ਦੀ ਪਤਨੀ ਦੀ ਹਾਲਤ ਗੰਭੀਰ ਸੀ। ਗਹਿਰੀ ਸੱਟ ਦੇ ਨਾਲ ਉਸ ਦੀ ਰੀੜ੍ਹ ਦੀ ਹੱਡੀ ਵੀ ਟੁੱਟ ਗਈ ਸੀ। ਦਿਨੇਸ਼ ਦੇ ਬੱਚਿਆਂ ਦਾ ਰੋ ਕੇ ਬੁਰਾ ਹਾਲ ਸੀ। ਦਿਨੇਸ਼ ਵੀ ਕਾਫੀ ਉਦਾਸ ਸੀ। ਉਰਮਿਲਾ ਨੇ ਦਿਨੇਸ਼ ਦੇ ਪਿਤਾ ਨੂੰ ਕਿਹਾ, ਭਾਈ ਤੁਸੀਂ ਇੰਨਾ ਕਿਉਂ ਪਰੇਸ਼ਾਨ ਹੋ? ਤੁਹਾਨੂੰ ਤਾਂ ਭਾਰਤ ਵਾਪਿਸ ਜਾਣਾ ਹੈ ਨਾ, ਤਾਂ ਜਾਓ। ਦਿਨੇਸ਼ ਦੇ ਪਿਤਾ ਉਰਮਿਲਾ ਦੀ ਗੱਲ ਸੁਣ ਵੀ ਰਹੇ ਸੀ ਅਤੇ ਸਮਝ ਵੀ ਰਹੇ ਸੀ। ਉਹ ਆਪਣੇ ਪੁੱਤ ਦੇ ਕੋਲ ਗਏ ਜੋ ਆਪਣੇ ਬੱਚਿਆਂ ਨੂੰ ਦਿਲਾਸਾ ਦੇ ਰਿਹਾ ਸੀ। ਦਿਨੇਸ਼ ਦੇ ਮੋਢੇ ਪਰ ਹੱਥ ਰੱਖਿਆ ਅਤੇ ਬੋਲੇ, ਪਰੇਸ਼ਾਨ ਨਾ ਹੋ, ਤੇਰੀ ਪਤਨੀ
ਠੀਕ ਹੋ ਜਾਵੇਗੀ। ਦਿਨੇਸ਼ ਖੜਾ ਹੋ ਗਿਆ ਅਤੇ ਬੋਲਿਆ, ਪਾਪਾ ਜੀ ਮੈਨੂੰ ਮਾਫ਼ ਕਰ ਦਿਓ ਅਤੇ ਭਗਵਾਨ ਨੂੰ ਪ੍ਰਾਰਥਨਾ ਕਰੋ ਕਿ ਇਹਨਾਂ ਬੱਚਿਆਂ ਦੇ ਸਿਰ ਪਰ ਇਹਨਾਂ ਦੀ ਮਾਂ ਦਾ ਪਰਛਾਵਾਂ ਬਣਿਆ ਰਹੇ। ਪਾਪਾ ਜੀ ਮੈਂ ਜਾਣਦਾ ਹਾਂ ਇਹ ਬੱਚੇ ਉਸ ਸੰਸਕਾਰ ਤੋਂ ਵਾਂਝੇ ਹਨ ਜੋ ਤੁਸੀਂ ਮੈਨੂੰ ਦਿੱਤੇ ਹਨ। ਮੈਂ ਉਹ ਸੰਸਕਾਰ ਇਹਨਾਂ ਨੂੰ ਨਹੀਂ ਦੇ ਪਾਇਆ। ਦਿਨੇਸ਼ ਦੇ ਪਿਤਾ ਆਪਣੀ ਪੋਤੀ ਅਤੇ ਪੋਤੇ ਦੀ ਤਰਫ ਗਏ ਅਤੇ ਉਹਨਾਂ ਦੇ ਵੀ ਸਿਰ ਪਰ ਹੱਥ ਰੱਖਦੇ ਹੋਏ ਬੋਲੇ, ਤੁਸੀਂ ਦੋਵੇਂ ਹੁਣ ਬਿਲਕੁਲ ਨਹੀਂ ਰੋਣਾ। ਤੁਹਾਡੀ ਮੰਮੀ ਨੂੰ ਕੁਝ ਨਹੀਂ ਹੋਗਾ। ਉਹ ਹੁਣੇ ਥੋੜ੍ਹੀ ਹੀ ਦੇਰ ਵਿੱਚ ਠੀਕ ਹੋ ਜਾਵੇਗੀ। ਦਿਨੇਸ਼ ਦੀ ਬੇਟੀ ਨੂੰ ਪਤਾ ਨਹੀਂ ਕਿੱਥੇ ਤੋਂ ਸਦਬੁੱਧੀ ਆ ਗਈ ਕਿ ਉਹ ਆਪਣੇ ਦਾਦੂ ਦੇ ਪੈਰਾਂ ਵਿੱਚ ਗਿਰ ਕੇ ਰੋਣ ਲੱਗੀ। ਦਿਨੇਸ਼ ਦੇ ਪਿਤਾ ਨੇ ਕਿਹਾ, ਚੱਲ ਉੱਠ ਜਾ ਅਤੇ ਰੋਣਾ ਬੰਦ ਕਰ। ਚੱਲ ਅਸੀਂ ਸਭ ਮਿਲ ਕੇ ਤੇਰੀ ਮੰਮੀ ਨੂੰ ਠੀਕ ਕਰ ਦੇਣੇ ਦੇ ਲਈ ਭਗਵਾਨ ਨੂੰ ਪ੍ਰਾਰਥਨਾ ਕਰਦੇ ਹਾਂ। ਉਰਮਿਲਾ ਸਹਿਤ ਸਾਰੇ ਭਗਵਾਨ ਨੂੰ ਪ੍ਰਾਰਥਨਾ ਕਰ ਰਹੇ ਸੀ। ਦਿਨੇਸ਼ ਚੁੱਪਚਾਪ ਖੜਾ ਹੋ ਕੇ ਆਪਣੀ ਬੇਟੀ ਨੂੰ ਦੇਖ ਰਿਹਾ ਸੀ। ਦਿਨੇਸ਼ ਸਹਿਤ ਪੂਰਾ ਪਰਿਵਾਰ ਇਹੀ ਕਾਮਨਾ ਕਰ ਰਿਹਾ ਸੀ ਕਿ ਕਿਸੇ ਤਰ੍ਹਾਂ ਨਾਲ ਦਿਨੇਸ਼ ਦੀ ਪਤਨੀ ਠੀਕ ਹੋ ਜਾਵੇ। ਦੋਵੇਂ ਬੱਚੇ ਰੋ ਰੋ ਕੇ ਪਰੇਸ਼ਾਨ ਸੀ। ਦਿਨੇਸ਼ ਦਾ ਬੇਟਾ ਆਪਣੇ ਦਾਦੂ ਨੂੰ ਬੋਲ ਰਿਹਾ ਸੀ, ਦਾਦੂ ਪ੍ਰੇ ਫੋਰ ਮਾਈ ਮੋਮ। ਦਿਨੇਸ਼ ਦੀ ਬੇਟੀ ਅੱਜ ਤਾਂ ਬਿਲਕੁਲ ਹੀ ਬਦਲ ਗਈ ਸੀ। ਅੱਜ ਨਾ ਜਾਣੇ ਕਿੰਨੀ ਵਾਰ ਉਹ ਆਪਣੇ ਦਾਦੂ ਨੂੰ ਸੌਰੀ ਬੋਲ ਚੁੱਕੀ ਸੀ। ਉਰਮਿਲਾ ਬੋਲੀ, ਹੁਣ ਮਾਫ਼ ਵੀ ਕਰੋ ਭਾਈ ਇਹਨਾਂ ਨੂੰ, ਇਹ ਤਾਂ ਮਾਸੂਮ ਹਨ ਅਤੇ ਤੁਹਾਡੇ ਪੋਤਾ ਪੋਤੀ ਵੀ ਹਨ। ਦਿਨੇਸ਼ ਦੇ ਪਿਤਾ ਨੇ ਦੋਵੇਂ ਬੱਚਿਆਂ ਦੇ ਸਿਰ ਪਰ ਹੱਥ ਰੱਖਿਆ ਅਤੇ ਫਿਰ ਦੋਨਾਂ ਨੂੰ ਗਲੇ ਨਾਲ ਲਗਾ ਲਿਆ। ਜਦ ਹੀ ਡਾਕਟਰ ਨੇ ਦਿਨੇਸ਼ ਨੂੰ ਕਿਹਾ, 2 ਯੂਨਿਟ ਖੂਨ ਚੜ੍ਹੇਗਾ ਇਹਨਾਂ ਨੂੰ। ਉਰਮਿਲਾ ਬੋਲੀ, ਹਾਂ ਮੈਂ ਤਿਆਰ ਹਾਂ, ਮੈਂ ਦੂੰਗੀ ਖੂਨ। ਦਿਨੇਸ਼ ਦੇ ਪਿਤਾ ਬੋਲੇ, ਮੈਨੂੰ ਵੀ ਦੇਣਾ ਹੈ। 1 ਯੂਨਿਟ ਉਰਮਿਲਾ ਨੇ ਅਤੇ ਦਿਨੇਸ਼ ਦੇ ਪਿਤਾ ਨੇ ਰਕਤਦਾਨ ਕੀਤਾ। ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਸੀ। ਸਵੇਰ ਦੇ 4 ਵਜੇ ਡਾਕਟਰ ਬਾਹਰ ਨਿਕਲਿਆ ਅਤੇ ਦਿਨੇਸ਼ ਨੂੰ ਕਿਹਾ, ਸ਼ੀ ਇਜ਼ ਓਕੇ ਨਾਓ। ਦਿਨੇਸ਼ ਅਤੇ ਉਸਦੇ ਬੱਚਿਆਂ ਨੇ ਰਾਹਤ ਦੀ ਸਾਹ ਲਿਆ। ਦੋਵੇਂ ਬੱਚਿਆਂ ਨੇ ਆਪਣੀ ਮਾਂ ਨੂੰ ਦੂਰ ਤੋਂ ਦੇਖਿਆ ਤਾਂ ਦੋਨਾਂ ਦੀ ਅੱਖਾਂ ਝਲਕ ਆਈ। ਦਿਨੇਸ਼ ਦੇ ਪਿਤਾ ਨੇ ਉਰਮਿਲਾ ਨੂੰ ਕਿਹਾ, ਤੁਸੀਂ ਇਹਨਾਂ ਦੋਨਾਂ ਨੂੰ ਘਰ ਲੈ ਕੇ ਜਾਓ, ਮੈਂ ਅਤੇ ਦਿਨੇਸ਼ ਇੱਥੇ ਹੀ ਹਾਂ। ਦਿਨੇਸ਼ ਦੀ ਬੇਟੀ ਨੇ ਆਪਣੇ ਦਾਦੂ ਨੂੰ ਕਿਹਾ, ਦਾਦੂ ਅਸੀਂ ਤੁਹਾਡੇ ਬਿਨਾਂ ਘਰ ਵਾਪਿਸ ਨਹੀਂ ਜਾਵਾਂਗੇ। ਦਿਨੇਸ਼ ਦੇ ਪਿਤਾ ਬੋਲੇ, ਅਸੀਂ ਤੇਰੀ ਮੰਮੀ ਨੂੰ ਨਾਲ ਲੈ ਕੇ ਆਉਂਦੇ ਹਾਂ। ਦਿਨੇਸ਼ ਦੀ ਬੇਟੀ ਨੇ ਦਾਦੂ ਨੂੰ ਕਿਹਾ, ਤੁਸੀਂ ਮੰਮੀ ਨੂੰ ਬਲੱਡ ਦਿੱਤਾ, ਉਸ ਦੇ ਲਈ ਮੈਨੀ ਥੈਂਕਸ। ਅਤੇ ਉਰਮਿਲਾ ਆਂਟੀ ਤੁਸੀਂ ਵੀ ਮੈਨੂੰ ਮਾਫ਼ ਕਰ ਦਿਓ। ਉਰਮਿਲਾ ਨੇ ਮਨ ਹੀ ਮਨ ਸੋਚਿਆ, ਇਹ ਕੈਸਾ ਜਾਦੂ ਹੈ। ਜੋ ਕੁੜੀ ਕੱਲ੍ਹ ਤੱਕ ਇੰਨੇ ਘਟੀਆ ਇਲਜ਼ਾਮ ਲਗਾ ਰਹੀ ਸੀ, ਅੱਜ ਉਹ ਹੀ ਆਪਣੇ ਦਾਦੂ ਦੀ ਇੰਨੀ ਸਗੀ ਕਿਵੇਂ ਬਣ ਗਈ। ਉਹ ਉੱਪਰ ਵਾਲੇ ਨੂੰ ਧੰਨਵਾਦ ਕਹਿ ਰਹੀ ਸੀ। ਦਿਨੇਸ਼ ਦੇ ਪਿਤਾ ਉਰਮਿਲਾ ਦੇ ਨਾਲ ਬੱਚਿਆਂ ਨੂੰ ਘਰ ਲੈ ਗਏ। ਉਰਮਿਲਾ ਨੇ ਸਭ ਦੇ ਲਈ ਨਾਸ਼ਤਾ ਬਣਾਇਆ ਅਤੇ ਅੱਜ ਦਾਦੂ ਆਪਣੇ ਦੋਵੇਂ ਬੱਚਿਆਂ ਦੇ ਨਾਲ ਨਾਸ਼ਤਾ ਕਰ ਰਹੇ ਸੀ। ਜਦ ਹੀ ਹਸਪਤਾਲ ਤੋਂ ਦਿਨੇਸ਼ ਨੂੰ ਫੋਨ ਆਇਆ ਕਿ ਉਸਦੀ ਪਤਨੀ ਨੂੰ ਹੋਸ਼ ਆ ਗਿਆ ਹੈ, ਥੋੜ੍ਹੀ ਕਮਜ਼ੋਰ ਹੈ ਪਰ ਹੁਣ ਉਹ ਕੱਲ੍ਹ ਤੱਕ ਘਰ ਜਾ ਸਕਦੀ ਹੈ। ਦਿਨੇਸ਼ ਦੇ ਪਿਤਾ ਦੋਵੇਂ ਬੱਚਿਆਂ ਨੂੰ ਲੈ ਕੇ ਹਸਪਤਾਲ ਆ ਗਏ। ਉਰਮਿਲਾ ਵੀ ਨਾਲ ਹੀ ਸੀ। ਪੂਰਾ ਪਰਿਵਾਰ ਇਸ ਸਮੇਂ ਦਿਨੇਸ਼ ਦੀ ਪਤਨੀ ਨੂੰ ਘੇਰ ਕੇ ਖੜਾ ਸੀ। ਦਿਨੇਸ਼ ਦੀ ਪਤਨੀ ਨੂੰ ਜਿਵੇਂ ਹੀ ਹੋਸ਼ ਆਇਆ, ਉਹ ਆਪਣੇ ਬੱਚਿਆਂ ਨੂੰ ਪੁਕਾਰਨ ਲੱਗੀ। ਬੱਚੇ ਦੌੜ ਕੇ ਆਪਣੀ ਮਾਂ ਦੇ ਗਲੇ ਲੱਗ ਗਏ। ਦਿਨੇਸ਼ ਦੀ ਬੇਟੀ ਨੇ ਆਪਣੀ ਮਾਂ ਦੇ ਕੰਨ ਵਿੱਚ ਕੁਝ ਅਜਿਹਾ ਦੱਸਿਆ ਕਿ ਦਿਨੇਸ਼ ਦੀ ਪਤਨੀ ਨੇ ਦੋਵੇਂ ਹੱਥ ਜੋੜ ਕੇ ਆਪਣੇ ਸਹੁਰੇ ਨੂੰ ਧੰਨਵਾਦ ਬੋਲਿਆ। ਉਸ ਦੇ ਬਾਅਦ ਉਸਨੇ ਜੋ ਬੋਲਿਆ ਉਸ ਨੂੰ ਸੁਣ ਕੇ ਪੂਰਾ ਪਰਿਵਾਰ ਨਿਸ਼ਚਲ ਚੁੱਪ ਹੋ ਗਿਆ। ਦਿਨੇਸ਼ ਦੀ ਪਤਨੀ ਨੇ ਹੱਥ ਜੋੜ ਕੇ ਆਪਣੇ ਸਹੁਰੇ ਨੂੰ ਕਿਹਾ, ਮੈਨੂੰ ਮਾਫ਼ ਕਰ ਦੇਵੋ ਪਿਤਾ ਜੀ, ਮੇਰੇ ਤੋਂ ਗਲਤੀ ਹੋ ਗਈ, ਮੈਂ ਹੁਣ ਅਜਿਹਾ ਕਦੀ ਨਹੀਂ ਕਰੂੰਗੀ। ਮੈਨੂੰ ਪਤਾ ਚੱਲ ਗਿਆ ਪਿਤਾ ਦਾ ਮਹੱਤਵ ਕਿਆ ਹੁੰਦਾ ਹੈ। ਤੁਸੀਂ ਜੇਕਰ ਇੰਡੀਆ ਜਾਓਗੇ ਤਾਂ ਮੈਂ ਵੀ ਤੁਹਾਡੇ ਨਾਲ ਚੱਲੂੰਗੀ।
ਤੁਸੀਂ ਮੇਰੀ ਫੈਮਿਲੀ ਹੋ। ਅਸੀਂ ਤੁਹਾਡੇ ਨਾਲ ਇੰਡੀਆ ਚੱਲਾਂਗੇ ਹਮੇਸ਼ਾ ਲਈ। ਦਿਨੇਸ਼ ਨੇ ਕਿਹਾ, ਪਾਪਾ ਜੀ ਇਹਨਾਂ ਸਭ ਨੂੰ ਮਾਫ਼ ਕਰ ਦਿਓ ਅਤੇ ਇਹਨਾਂ ਨੂੰ ਅਪਣਾ ਲਵੋ। ਪੂਰਾ ਪਰਿਵਾਰ ਖੁਸ਼ ਸੀ। 2 ਦਿਨ ਦੇ ਬਾਅਦ ਦਿਨੇਸ਼ ਦੀ ਪਤਨੀ ਘਰ ਆ ਗਈ। ਉਰਮਿਲਾ ਵੀ ਦਿਨੇਸ਼ ਦੇ ਘਰ ਹੀ ਰਹਿਣ ਲੱਗੀ ਅਤੇ ਦਿਨੇਸ਼ ਦੇ ਪਿਤਾ ਵੀ ਆਪਣੇ ਪਰਿਵਾਰ ਦੇ ਨਾਲ ਅਮਰੀਕਾ ਵਿੱਚ ਖੁਸ਼ਹਾਲ ਜ਼ਿੰਦਗੀ ਬਿਤਾਉਣ ਲੱਗੇ। ਸਟੋਰੀ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਧੰਨਵਾਦ ਜੀ।